गर तू मुझे नवाजे तेरा कर्म है वरना तेरी रहमतों का बदला मेरी बंदगी नहीं। काशी टीवी देखने वाले साढ़े सारे व्यूअर्स मेरे बलबीर कौर वालों सत श्री अकाल, सलाम, नमस्ते और एंड वेरी वेरी गुड आफ्टरनून और गुड मॉर्निंग जिथे भी तुसी साडा हेल्थ टॉक शो देख रहे हो काशी टीवी के जरिए दे नाल। सो अज के हेल्थ टॉक शो विच जो मैनू फीडबैक मिली ਉਹਦੇ आधार ਤੇ ਅਸੀਂ ਇਨਫੈਕਸ਼ਨ ਕੰਟਰੋਲ ਦੇ ਬਾਰੇ ਗੱਲਬਾਤ ਕਰਾਂਗੇ ਜੋ ਕਿ ਮੇਰਾ ਸਾਥ ਦੇਣਗੇ ਇਸ ਪ੍ਰੋਗਰਾਮ ਦੇ ਵਿੱਚ ਨਿੱਕੀ ਜੋ ਕਿ ਇਹਦੇ ਵਿੱਚ ਆਲਰੇਡੀ ਮਾਹਿਰ ਨੇ ਆਈ ਵਿਲ ਸੇ ਵਾਟ ਸ਼ੀ ਨੇ। ਸੋ ਕਾਫੀ ਲੋਕਾਂ ਦੇ ਕੁਐਸਚਨਸ ਆਏ ਸੀ ਕਿ ਵੀ ਜਦੋਂ ਇਨਫੈਕਸ਼ਨ ਕੰਟਰੋਲ ਕਿਸ ਤਰੀਕੇ ਦੇ ਨਾਲ ਕੀਤਾ ਜਾਏ ਜਦੋਂ ਅਸੀਂ ਕਿਸੇ ਕੋਲੋਂ ਆਪਣੇ ਵਾਲ ਕਟਾਉਂਦੇ ਹਾਂ ਜਾਂ ਫਿਰ ਮੈਨੀਕਿਉਰ ਪੈਡੀਕਿਉਰ ਵਗੈਰਾ ਕਰਵਾਉਂਦੇ ਤੇ ਕਿਨ ਕਿਨ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ स्पैशली कोरोना वायरस होने करके असी काफ़ी डरे हुए हाँ। सो इसलिए मैं निक्की ने बुलाया कि सानू थोड़ी एडवाइस मिले व्हाट्स गोइंग टू बी हैपन की करना चाहिए इन्फेक्शन कंट्रोल के बारे। सो मेरा साथ देंगे काशी टीवी ते निक्की जी। सो स्वागत करते हैं निक्की जी का। निक्की वेलकम टू आवर शो। सत श्री अकाल सारिਆਂ ਨੂੰ एक बार फिर ਤੁਹਾਡਾ बहुत बहुत ਧੰਨਵਾਦ ਮੈਨੂੰ ਇੱਥੇ ਇਨਵਾਈਟ ਕਰਨ ਨੂੰ ਇੰਨਾ ਕਿ ਤੁਸੀਂ ਮੈਨੂੰ ਇੰਪੋਰਟੈਂਟ ਸਮਝਿਆ ਕਿ ਦੁਬਾਰਾ ਚਾਂਸ ਦਿੱਤਾ ਐਂਡ ਥੈਂਕ ਯੂ। ਸੋ ਨਿੱਕੀ ਅਸੀਂ ਥੈਂਕ ਯੂ ਤੁਹਾਡਾ ਥੈਂਕ ਯੂ ਨਹੀਂ ਕਬੂਲ ਕਰਾਂਗੇ ਕਿਉਂਕਿ ਅਸੀਂ ਤੁਹਾਨੂੰ ਦੁਬਾਰਾ ਬੁਲਾਣਾ ਫਿਰ ਇਸ ਲਈ ਸੋ ਯੂ ਵਿਲ ਬੀ ਕਮਿੰਗ ਬੈਕ। ਨਿੱਕੀ ਥੋੜਾ ਜਿਹਾ ਆਪਣੇ ਬਾਰੇ ਜਿਹੜੇ ਸਾਡੇ ਵਿਊਅਰਸ ਹੈਗੇ ਆ ਜਿਹੜੇ ਤੁਹਾਨੂੰ ਨਹੀਂ ਜਾਣਦੇ ਹਨਾ ਤੇ ਉਹਨਾਂ ਨੂੰ ਇੱਕ ਵਾਰੀ ਫਿਰ ਥੋੜਾ ਜਿਹਾ ਆਪਣਾ ਇੰਟਰੋਡਕਸ਼ਨ ਦੁਬਾਰਾ ਦੇ ਦਿਓ ਕਿ ਤੁਸੀਂ ਕੀ ਕਰਦੇ ਹੋ what amazing things you have done already. Yeah, I run a hair and beauty limited company which is based in the Midlands. So and I just I've been Mrs. Universe 2014 and Mrs. Europe 2015. That's it. Thank you. आज बड़ा छोटा जा never mind. Coffee time. We can concentrate on a important talk today rather than just about ਅਸੀਂ ਤੁਹਾਡੇ ਬਾਰੇ ਵੀ ਜਾਣਨਾ ਚਾਹੁੰਦੇ ਸੀ। ਚਲੋ ਨਿੱਕੀ ਜੀ ਨੇ ਜਿੱਦਾਂ ਕਿ ਦੱਸਿਆ ਬਹੁਤ ਹੋਰ ਵੀ ਚੈਰਿਟੀ ਵਰਕਸ ਵੀ ਨਿੱਕੀ ਜੀ ਕਰ ਰਹੇ ਜਿਹਦੇ ਬਾਰੇ ਅਗਰ ਸਾਡਾ ਟਾਈਮ ਲੱਗਿਆ ਤੇ ਫਿਰ ਤੁਹਾਡੇ ਨਾਲ ਜ਼ਰੂਰ ਉਹ ਗੱਲਾਂ ਬਾਤਾਂ ਵੀ ਸਾਂਝੀਆਂ ਕਰਾਂਗੇ ਰੱਖ ਲਵਾਂਗੇ। ਯੈਸ ਸੋ ਉਹ ਸਾਡਾ ਹੋਏਗਾ ਨਿੱਕੀ ਸ਼ੋ ਸਪੈਸ਼ਲੀ ਡੈਡੀਕੇਟਡ ਟੂ ਹਰ ਡੈਡੀਕੇਟਡ। ਸੋ ਨਿੱਕੀ ਜਿੱਦਾਂ ਸੀ ਅੱਜ ਇਨਫੈਕਸ਼ਨ ਕੰਟਰੋਲ ਦੇ ਬਾਰੇ ਗੱਲ ਕਰਨੀ ਹੈ ਜਿਹਦੇ ਵਿੱਚ ਇਨਫੈਕਸ਼ਨ ਕੰਟਰੋਲ ਇਨ ਪਰਸਨਲ ਸਰਵਿਸਿਜ਼ ਐਂਡ ਸੈਟਿੰਗ ਸਾਡਾ ਮੇਨ ਟੌਪਿਕ ਰਹਿਣਾ। ਸੋ ਜਾਣਨਾ ਚਾਹਾਂਗੇ ਕਿ ਇਨਫੈਕਸ਼ਨ ਕੰਟਰੋਲ ਹੁੰਦਾ ਕੀ ਹੈਗਾ ਸਭ ਤੋਂ ਪਹਿਲੇ ਤੇ ਇਹ ਜਿੱਦਾਂ ਕੋਈ ਵੀ ਵਾਇਰਸ ਆ ਉਹਨੂੰ ਆਪਾਂ ਸਪਰੈਡ ਕਰਨ ਤੋਂ ਸਟਾਪ ਕਿੱਦਾਂ ਕਰ ਸਕਦੇ ਹਾਂ ਉਹਨੂੰ ਪ੍ਰੀਵੈਂਟ ਕਰਨ ਤੋਂ ਵੀ ਸਟਾਪ ਪਹਿਲੀ ਗੱਲ ਤਾਂ ਪ੍ਰੀਵੈਂਟ ਕਰਨਾ ਬਹੁਤ ਇੰਪੋਰਟੈਂਟ ਆ। ਪਰ ਜੋ ਆਲਰੇਡੀ ਕਿਸੇ ਕੋਲ ਵਾਇਰਸ ਹੈਗਾ ਤੇ ਆਪਾਂ ਉਹਨੂੰ ਕੰਟਰੋਲ ਕਿੱਦਾਂ ਕਰ ਸਕਦੇ ਉਹ ਕਿ ਸਪਰੈਡ ਨਾ ਹੋਵੇ ਬਾਕੀ ਲੋਕਾਂ ਦੇ ਵਿੱਚ। ਤੇ ਹੁਣ ਮੰਡੇ ਤੋਂ ਜਿੱਦਾਂ ਸਾਰਾ ਕੁਝ ਖੁੱਲ ਜਾਣੇ ਆਪਣੇ ਹੈਲਥ ਐਂਡ ਬਿਊਟੀ ਕਲੀਨਿਕਸ ਐਂਡ ਆਲ ਦੈਟ ਬੋਟੌਕਸ ਐਂਡ ਫਿਲਰਸ ਐਂਡ ਲੇਜ਼ਰ ਟ੍ਰੀਟਮੈਂਟਸ। So very important to train all your staff, team members. ਤੁਹਾਡੀ ਜਿਹੜੀ ਗਾਈਡਲਾਈਨਸ ਆ ਇਕੱਲਾ ਕਿ ਇੱਕ ਮੈਨੇਜਰ ਨਹੀਂ ਕਿ ਤੁਹਾਡੇ ਸਾਰੇ ਕੰਮ ਕਰਨ ਵਾਲੇ ਨੂੰ ਮੇਕ ਸ਼ੋਰ ਦੇ ਹੈਵ ਫੁੱਲੀ ਟ੍ਰੇਨਿੰਗ ਬਿਫੋਰ ਯੂ ਸਟਾਰਟ work. So make sure what they're doing as the customers comes in. So basically ਹੈਗਾ ਕਿ ਸਿਰਫ ਇੱਕ ਜਿਹੜੀ ਜਗ੍ਹਾ ਉਹਦੀ ਰਿਸਪੌਂਸਿਬਿਲਿਟੀ ਨਹੀਂ ਬਣਦੀ ਹੈਗੀ ਇਟਸ ਐਵਰੀਬਾਡੀਜ਼ ਰਿਸਪੌਂਸਿਬਿਲਿਟੀ। Team has to be active. ਜੀ ਜੀ ਇੱਕ ਬੰਦੇ ਦੀ ਵੀ ਅਣਗਹਿਲੀ ਤੁਹਾਨੂੰ ਕੁਛ ਵੀ ਵਾਇਰਸ ਕ੍ਰੋਸ ਇਨਫੈਕਸ਼ਨ ਹੋ ਸਕਦੀ ਆ ਥਰੂ ਪੀਪਲ ਔਰ ਥਰੂ ਦ ਫਲੋਰ ਔਰ ਥਰੂ ਟੱਚਿੰਗ ਔਰ ਐਨੀਥਿੰਗ ਕ੍ਰੋਸ ਇਨਫੈਕਸ਼ਨ ਐਜ਼ ਵੀ ਹਾਂਜੀ ਜਿੱਦਾਂ ਹੁਣ ਕਰੋਨਾ ਵਾਇਰਸ ਕਰਕੇ ਕਾਫੀ ਲੋਕ ਡਰੇ ਹੋਏ ਆ ਦੇ ਡੋਨਟ ਵਾਂਟ ਟੂ ਗੋ ਬੈਕ ਟੂ ਬੀ ਕਿ ਕਿਧਰ ਸਾਨੂੰ ਕੋਈ ਟਰਮੀਨੇਸ਼ਨ ਵਗੈਰਾ ਨਾ ਹੋ ਜਾਏ ਤੇ ਕੰਟੈਕਟ ਟਰਮੀਨੇਸ਼ਨ ਕੀ ਹੁੰਦਾ ਜਦੋਂ ਅਸੀਂ ਇਸ ਬਾਰੇ ਗੱਲਬਾਤ ਕਰਦੇ ਹੈਗੇ ਆ। ਤੇ ਕੰਟੈਕਟ ਕਿੱਦਾਂ ਕਿਸੇ ਚੀਜ਼ ਨੂੰ ਜੇ ਕਿਸੇ ਨੂੰ ਵਾਇਰਸ ਹੋਇਆ ਆਲਰੇਡੀ ਆਪਾਂ ਕਿਸੇ ਨੂੰ ਟੱਚ ਕਰ ਲਿਆ ਕਿ ਤੁਸੀਂ ਵੀ ਉਸੇ ਚੀਜ਼ ਨੂੰ ਟੱਚ ਕਰ ਲਿਆ ਐਂਡ ਉਹ ਬਿਟਵੀਨ ਉਹ ਚੀਜ਼ਾਂ ਸਾਫ਼ ਨਹੀਂ ਕੀਤੀਆਂ ਗਈਆਂ ਉਹ ਕਿਸੇ ਤੇ ਸਨੀਜ਼ ਵੀ ਹੋ ਸਕਦੀ ਆ ਵੀ ਕੈਨ ਕਾਫ ਦੈਟਸ ਅਨਦਰ ਥਿੰਗ ਬਟ ਦ ਕੰਟੈਕਟ ਇਜ਼ ਵੈਨ ਯੂ ਟੱਚ and you already have a virus and you're not cleaning as you go or disposable stuff ਹੁੰਦਾ ਪਰ ਕਈ ਚੀਜ਼ਾਂ ਤੁਸੀਂ ਡਿਸਪੋਜ਼ੇਬਲ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਚੇਅਰ ਯੂ ਕੈਨ ਨਾਟ ਪੁੱਟ ਦ ਚੇਅਰ ਇਨ ਦ ਬਿਨ ਐਵਰੀ ਆਫਟਰ ਯੂਜ਼ ਸੋ ਮੇਕ ਸ਼ੋਰ ਇਟ ਗੈਟਸ ਦੈਟਸ ਅਗੇਨ ਸਟਾਫ ਨੀਡ ਟੂ ਬੀ ਉਹ ਟ੍ਰੇਨਿੰਗ ਵਿੱਚ ਹੁੰਦਾ ਨਾ ਉਹਨਾਂ ਨੂੰ ਪਤਾ ਹੁੰਦਾ ਈਚ ਕਸਟਮਰ or each person using anything it should be disinfected before the other person uses the so ਕਾਫੀ ਇਸ ਟਾਈਮ ਤੇ ਤਾਂ ਪ੍ਰੈਸ਼ਰ ਬਹੁਤ ਜ਼ਿਆਦਾ ਹੋਣਾ ਸਾਰਿਆਂ ਤੇ ਵੀ ਦੇ ਗੈਟਿੰਗ ਟ੍ਰੇਨਿੰਗ ਇਜ਼ ਵੈਲ ਕਿ ਸਪੈਸ਼ਲੀ ਹੁਣ ਪਤਾ ਨਹੀਂ ਕਿ ਜਿਹਨੇ ਤੁਹਾਡੇ ਕੋਲ ਆਉਣਾ ਉਹਨੂੰ ਵੀ ਵਾਇਰਸ ਆਲਰੇਡੀ ਹੋ ਚੁੱਕਾ ਹੈ ਤੇ ਉਹਦੇ ਕੀ ਸਾਈਨ ਸਿੰਪਟਮਸ ਹੈਗੇ। ਸੋ ਰਿਸਕ ਜਿਹੜਾ ਅਸੈਸਮੈਂਟ ਹੁੰਦਾ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਕਰਦੇ ਹੋ?
ਉਹਨੂੰ ਰਿਸਕ ਅਸੈਸਮੈਂਟ ਹੁੰਦੀ ਪ੍ਰੀਵੈਂਟ ਕਿੱਦਾਂ ਕਰਨਾ ਕਿਸੇ ਵੀ ਚੀਜ਼ ਨੂੰ ਸਟੈਰੀਲਾਈਜ਼ ਹੁੰਦਾ ਸਾਰਾ ਸਮਾਨ ਸੋ ਯੂ ਹੈਜ਼ ਟੂ ਕੀ ਵੀ ਤੁਸੀਂ ਅਫੋਰਡ ਕਰ ਸਕਦੇ ਹੁਣ ਤਾਂ ਐਕਚੁਅਲੀ ਜਦੋਂ ਦਾ ਵਾਇਰਸ ਆਇਆ ਕੰਪਨੀਜ਼ ਨੇ ਜਿਹੜੀਆਂ ਡਿਸਇਨਫੈਕਟ ਕਰਨ ਵਾਲੇ ਇਕਵਿਪਮੈਂਟਸ ਕਾਫੀ ਐਕਸਪੈਂਸਿਵ ਕਰ ਦਿੱਤੀਆਂ ਉਹਨਾਂ ਨੂੰ ਸਿਰਫ ਇੱਕ ਮਨੀ ਬਣਾਉਣ ਦਾ ਕੀ ਕਹਿੰਦੇ ਪੈਸੇ ਕਮਾਉਣ ਦਾ ਜ਼ਰੀਆ ਚੱਲ ਗਿਆ ਤੁਸੀਂ ਬਾਏ ਸਿੰਪਲ ਜਾਂ ਤੁਸੀਂ ਆਟੋਕਲੇਵ ਵੀ ਬਾਏ ਕਰ ਸਕਦੇ ਆ which is 25 to 30 pounds depend how big is your business is and you can buy liquids which is to disinfect all the stuff and you know so you can do that way ਓਕੇ ਅਸੀਂ ਹੈਂਡ ਹਾਈਜੀਨ ਬਾਰੇ ਵੀ ਥੋੜਾ ਜਿਹਾ ਜਾਣਨਾ ਚਾਹਾਂਗੇ ਔਰ ਸ਼ੈਲ ਵੀ ਟਾਕ ਵਨ ਬਾਈ ਈਚ ਸਬਜੈਕਟ ਜਿਹੜਾ ਅਸੀਂ ਏਰੀਆ ਕਵਰ ਕਰਨਾ ਉਹਦੇ ਵਿੱਚ ਤੋਂ ਸਟਾਰਟ ਕਰ ਲੈਂਦੇ ਹਾਂ ਕਿ ਸੋ ਜਿਹੜੇ ਸਾਡੇ ਵਿਊਅਰਸ ਜਾਣਨਾ ਚਾਹੁੰਦੇ ਨੇ ਕਿ ਜਿਹੜਾ ਹੈਗਾ ਬੋਡੀ ਮੋਡੀਫਿਕੇਸ਼ਨ ਜਦੋਂ ਹੋਣੀ ਆ ਉਹਦੇ ਵਿੱਚ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਐਜ਼ ਏ ਯੂ ਨੋ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਤੇ ਜਿਹੜਾ ਆ ਕੇ ਤੁਹਾਡੇ ਕੋਲੋਂ ਟ੍ਰੀਟਮੈਂਟ ਲੈ ਰਿਹਾ ਹੈਗਾ ਪਹਿਲੀ ਗੱਲ ਤਾਂ ਟ੍ਰੀਟਮੈਂਟ ਗੱਲ ਦੀ ਬਾਤ ਹੈ ਪਹਿਲਾਂ ਤਾਂ ਜਿਹੜਾ ਪਰਸਨ ਨੇ ਟ੍ਰੀਟਮੈਂਟ ਦੇਣਾ ਆ ਮੇਕ ਸ਼ੋਰ ਯੂ ਫਿਟ ਐਂਡ ਹੈਲਥੀ ਜੇ ਤੁਹਾਨੂੰ ਕੋਈ ਸਿੰਪਟਮਸ ਆ ਤੁਸੀਂ ਪਲੀਜ਼ ਆਪਣੀ ਅਪਾਇੰਟਮੈਂਟ ਨੂੰ ਕੈਂਸਲ ਕਰੋ ਜੀ ਕਾਫੀ ਨੋਟ ਵਿੱਚ ਆਉਂਦਾ ਕਸਟਮਰ ਨਹੀਂ ਦੱਸਦੇ ਤੁਹਾਨੂੰ ਕਿ ਦੇ ਨੋ ਫੀਲਿੰਗ ਵੈਲ ਆਇਦਾ ਜੇ ਤੁਸੀਂ ਜਾਣ ਵਾਲੇ ਜਿਨ੍ਹਾਂ ਦੀ ਅਪਾਇੰਟਮੈਂਟ ਹੈ ਇਫ ਯੂ ਨੋ ਫੀਲਿੰਗ ਵੈਲ don't be shy to call and cancel the appointment so that's the main big you know it starts from there ਕਿ ਜਦੋਂ ਜਿੱਦਾਂ ਕਿ ਕਹਿ ਲਓ ਵੀ ਸਰਟਨ ਜਿਹੜੀ ਅਪਾਇੰਟਮੈਂਟਸ ਹੁੰਦੀ ਆ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਸਰਟਨ ਆਵਰਸ ਦੇ ਬਾਅਦ ਤੁਸੀਂ ਨਹੀਂ ਦੱਸ ਸਕਦੇ ਤੁਹਾਨੂੰ ਚਾਰਜ ਪਏਗਾ ਫਿਰ ਇੱਦਾਂ ਦਾ ਕੀ ਉਸ ਟਾਈਮ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਥਿੰਕ ਸਾਡੇ ਪੈਸੇ ਵੀ ਜਾਣੇ ਆ ਤੇ ਹੁਣ ਸਾਨੂੰ ਪਤਾ ਵੀ ਨਹੀਂ ਕਿ ਸਾਨੂੰ ਯੂ ਨੋ ਵਾਇਰਸ ਹੈਗਾ ਜਾਂ ਕੀ ਪਤਾ ਇਸ ਜਸਟ ਫਲੂ ਇਹ ਵੀ ਗੱਲ ਆ ਕਾਫੀ I know understand the deposit ਪਹਿਲਾਂ ਹੀ ਲੈ ਲੈਂਦੇ ਸੀਗੇ ਸਾਲੋਂ ਸੋ ਹੁਣ we do day to day appointments you can book on the same days availability ਹੁੰਦੀ ਆ same days you can book day before so long distance appointments ਹੁਣ ਅਸੀਂ ਤਾਂ ਬੰਦ ਕੀਤੀਆਂ ਹੋਈਆਂ I don't know some other salons they maybe they're still doing it but you can hold your deposit to the we transfer your deposit to the next appointment so you can always ask the person is my deposit transferable or not okay because that's right ਕਈਆਂ ਨੇ ਆਲਰੇਡੀ ਪੈਸੇ ਦੇ ਚੁੱਕੇ ਆ ਬਿਕਾਜ਼ ਦੇ ਤੋਂ ਕਿ 3 ਜਾਂ 4 ਉਹਨਾਂ ਦੀ ਟ੍ਰੀਟਮੈਂਟ ਕਾਫੀ ਮਹਿੰਗੇ ਹੁੰਦੇ ਆ ਤੁਸੀਂ ਜਦ ਕਾਫੀ 50 ਪਾਉਂਡ ਵੀ ਪੇ ਕੀਤੇ ਹੁੰਦੇ ਆ ਯੂ ਨੋ ਸੋ ਦੈਟਸ ਲੋਟ money is not easy to make nowadays so everyone's struggling so yeah there is options are there so start ਕਰਦੇ ਫਿਰ ਆਪਾਂ ਹੈਂਡ ਹਾਈਜੀਨ ਤੋਂ ਹੈਂਡ ਹਾਈਜੀਨ ਕੀ ਹੋਣੀ ਚਾਹੀਦੀ ਹੈ ਹੈਂਡ ਹਾਈਜੀਨ ਐਜ਼ ਅ ਕਸਟਮਰ ਕਮ ਇਨ ਪਹਿਲਾਂ ਤਾਂ ਤੁਸੀਂ ਚਲੋ ਸੈਨੀਟਾਈਜ਼ਰ ਤੁਸੀਂ ਪ੍ਰੋਵਾਈਡ ਕਰਦੇ ਟੈਂਪਰੇਚਰ ਉਹਨਾਂ ਦਾ ਚੈੱਕ ਕਰਨਾ ਬਹੁਤ ਇੰਪੋਰਟੈਂਟ ਆ ਸੋ ਮੇਕ ਸ਼ੋਰ ਤੁਸੀਂ ਕਿੱਥੇ ਵੀ ਜਾਂਦੇ ਆ ਤੁਸੀਂ ਤੁਹਾਡੇ ਜਿਹੜੇ ਤੁਹਾਨੂੰ ਸਰਵ ਕਰਦਾ ਜਿਹੜਾ ਵੀ ਕੋਲੀਗ ਆ ਜਾਂ ਬਿਊਟੀਸ਼ੀਅਨ ਆ ਮੇਕ ਸ਼ੋਰ ਗਲਵਸ ਵਗੈਰਾ ਬਿਟਵੀਨ ਕਸਟਮਰਸ ਦੇ ਚੇਂਜਿੰਗ ਦੇ ਸੈਨੀਟਾਈਜ਼ਿੰਗ ਦੇ ਸੈਲਫ ਦੇ wearing mask so hand is very important so make sure disposable gloves every time they should change it or you can have sanitizing sprays ਹੁਣ ਤਾਂ ਬਹੁਤ ਕੁਝ 100% you know 100% alcohol sprays ਮਿਲ ਜਾਂਦੀਆਂ hand and tools you can between customers you can spray your hands and your scissors or so ਇੱਕ routine ਵਰਗੂ ਹੈਗਾ ਵੀ ਤੁਸੀਂ ਆਪਣਾ ਇੱਕ ਕਸਟਮਰ ਯੂਜ਼ ਕੀਤਾ ਉਸ ਤੋਂ ਬਾਅਦ ਸੈਕਿੰਡ ਵਨ ਉਹ ਸੋ PPE ਕਿਟ ਤੁਹਾਡੇ ਲਈ ਕੀ ਮਾਇਨੇ ਰੱਖਦੀ ਹੈਗੀ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਸੈਲਨ ਯੂਜ਼ ਕਰਦੇ PPE ਵਿੱਚ ਸਾਰਾ ਕੁਝ ਹੀ ਆ ਜਾਂਦਾ ਕੋਈ ਵੀ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟਸ ਤੁਸੀਂ ਯੂਜ਼ ਕਰਦੇ ਉਹਨਾਂ ਨੂੰ ਆਪਾਂ PPE ਸ਼ਾਰਟਕਟ ਦਿੱਤਾ ਹੋਇਆ ਆ ਜਿਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਯੂ ਨੋ ਕਲੀਨਿੰਗ ਦ ਫਲੋਰਸ as well and sanitizing all the tools and waxing heaters especially ਜਿਹੜੇ ਹੁਣ salons roll on waxing heaters use ਕਰ ਰਹੇ ਆ ਉਹ ਕਾਫੀ confused ਆ ਕਿ ਤੁਸੀਂ you can't put every single time roll in the we're going to talk about waxing as well because waxing ਦੇ ਵਿੱਚ ਕਾਫੀ ਜਿਹੜੇ questions ਨਿੱਕੇ ਆਉਂਦੇ ਨੇ because sometimes ਜਦੋਂ pull ਵੀ ਕਰਨਾ some ladies tend to bleed as well so ਉਹ ਵੀ precaution ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ and if you using the spatula ਉਹ ਵੀ ਕਿ ਤੁਸੀਂ same ਟਬ 'ਚ use ਕਰਨੀ ਹੈ ਉਹ ਸਾਰੀ ਗੱਲਾਂ ਤੁਸੀਂ ਸਾਨੂੰ ਥੋੜਾ ਜਿਹਾ ਹੋਰ ਦੱਸੋ ਇਹਦੇ ਬਾਰੇ ਉਹਦੇ ਵਿੱਚ ਇਹ ਵੀ ਹੁੰਦਾ ਹੈ ਕਿ ਆਪਾਂ ਜਿਹੜੀ ਸਕਿਨ ਤੇ waxing start ਕਰ ਰਹੇ ਹਾਂ ਹਾਂਜੀ ਉਸ ਸਕਿਨ ਨੂੰ ਵੀ ਆਪਾਂ ਪਹਿਲਾਂ ਸੈਨੀਟਾਈਜ਼ ਕਰਨਾ ਆ ਜੀ ਇਹ ਨਹੀਂ ਕਿ ਬਾਅਦ ਵਿੱਚ ਹੀ ਕਰਨਾ ਹੈ ਇੱਕ ਸਿਰਫ ਤੁਹਾਡਾ ਕਲੀਨ ਗਲੋਵਸ ਜਾਂ ਕਲੀਨ ਵੈਕਸਿੰਗ ਹੀਟਰ ਹੀ ਨਹੀਂ ਚਾਹੀਦਾ ਮਾਸਕ ਇੰਪੋਰਟੈਂਟ ਨਹੀਂ ਜਿਹੜੀ ਸਕਿਨ ਤੇ ਤੁਸੀਂ ਵੈਕਸ ਰੋਲਰ ਲਾ ਰਹੇ ਆ ਫੁੱਲ ਬੋਡੀ ਆ ਜਾਂ ਫੁੱਲ ਲੈਗਸ ਉੱਥੇ ਵੀ ਤੁਸੀਂ ਸੈਨੀਟਾਈਜ਼ਿੰਗ ਉਹਨੂੰ ਅਲਕੋਹਲ ਨਾਲ ਕਲੀਨ ਕਰਨਾ ਏਰੀਆ ਨੂੰ ਸੋ ਯੂ ਡੋਂਟ ਕ੍ਰੋਸ ਐਨੀਥਿੰਗ ਸਟ੍ਰੇਟ ਅਵੇ ਉਹ ਤਾਂ ਪਹਿਲਾਂ ਹੀ ਆਪਾਂ ਕੁਛ ਕ੍ਰੋਸ ਕਰ ਲਿਆ ਇਨਫੈਕਸ਼ਨ ਜਿਹੜਾ ਆ ਬਾਅਦ ਵਿੱਚ ਡਜ਼ਨਟ ਮੈਟਰ ਆਪਾਂ ਕਿੰਨਾ ਮਰਜ਼ੀ ਕਲੀਨ ਕਰਾਂਗੇ ਜੇ ਇਜ਼ ਆਲਰੇਡੀ ਡਨ
ਸੋ ਦੈਟਸ ਅ ਸਟਾਰਟ ਵਿਦ ਇਜ਼ ਇੰਪੋਰਟੈਂਟ। ਸੋ ਡਿਸਪੋਜ਼ੇਬਲ ਸ਼ੀਟਸ ਬਹੁਤ ਇੰਪੋਰਟੈਂਟ ਜਿਹੜੇ ਤੁਸੀਂ ਬੈਡਸ ਤੇ ਯੂਜ਼ ਕਰਦੇ ਆ ਜੀ। and so every single customer make sure you change seats and head rollers very important, every single customer you use the rollers। try ਕਰੋ ਕਿ ਇੱਕ ਦੋ ਹੀ ਬਾਲਾ ਮੈਸ ਨਾ ਪਾਓ ਕਿ ਤੁਸੀਂ ਫੋਰ ਐਗਜ਼ਾਮਪਲ ਇੱਕ ਹੀਟਰ ਵਿੱਚ 6 ਰੋਲਰਸ ਹੈਗੇ ਆ ਜੀ, ਜੇ ਤੁਸੀਂ ਹੁਣ ਇੱਕ ਕਸਟਮਰ ਉਹੀ ਦੋ ਹੀ ਰੋਲਰ ਟਵਿਸਟ ਕਰਕੇ ਯੂਜ਼ ਕਰ ਯੂ ਨੋ ਯੂ ਕੈਨ ਯੂਜ਼ ਆਲ ਆਫ them ਆਪਣੇ ਕੋਲੀਗਸ ਨੂੰ ਦੱਸ ਮੈਂ ਸੇਇੰਗ ਟੀਮ ਟ੍ਰੇਨਿੰਗ ਬਹੁਤ ਇੰਪੋਰਟੈਂਟ ਆ। ਸੋ ਤੁਸੀਂ ਇੱਕ ਕਸਟਮਰ ਤੇ ਹੁਣ ਸਾਰੇ ਹੀ ਰੋਲਰ ਲਾ ਦਿੱਤੇ, ਸੋ ਨੈਕਸਟ ਕਸਟਮਰ ਲਈ ਤੁਹਾਨੂੰ ਹਾਫ ਐਨ ਆਵਰ ਗੈਪ ਦੇਣਾ ਪਊਗਾ, ਉੱਥੇ ਵੀ ਤੁਹਾਡੇ ਵੀ ਪੈਸੇ ਲੂਜ਼ ਹੋ ਰਹੇ ਆ, ਤੁਸੀਂ ਆਪਣੇ ਕੋਲੀਗ ਨੂੰ ਵਰਕਰ ਨੂੰ ਪੇ ਕਰ ਰਹੇ, ਕਸਟਮਰ ਵੀ ਐਂਗਰੀ ਹੋਊਗਾ ਜਿਹੜਾ ਨੈਕਸਟ ਲੇਟ ਹੋਊਗਾ। ਸੋ ਬੈਸਟ ਹੈ ਕੀਪ ਇਟ 2-2। ਸੋ ਈਚ ਹੈਡ ਰੋਲਰ ਸ਼ੁੱਡ ਬੀ ਕਲੀਨ, ਉਹਨਾਂ ਕੀ ਈਚ ਕਸਟਮਰ ਲਈ ਸੈਪਰੇਟ ਸਮਾਨ ਰੱਖੋ ਜਿਹੜਾ ਉਹਨਾਂ ਕੀ ਯੂਜ਼ ਹੋ ਜਾਵੇ। ਓਕੇ, ਸੋ ਟਾਈਮਿੰਗ ਐਂਡ ਵੇਸਟਿੰਗ ਜਿਹੜੀ ਹੈਗੀ ਆ, ਟਾਈਮ ਕੰਜ਼ਿਊਮਿੰਗ ਦਾ ਧਿਆਨ ਰੱਖਦੇ ਹੋਏ ਤੇ ਕ੍ਰੋਸ ਟਰਮੀਨੇਸ਼ਨ ਨਾ ਹੋਏ, ਉਹ ਗੱਲਾਂ ਦਾ ਧਿਆਨ ਰੱਖਦੇ ਹੋਏ ਵੈਕਸਿੰਗ ਤੁਸੀਂ ਕਰਵਾ ਸਕਦੇ ਹੋ। ਕਸਟਮਰ ਨੂੰ ਵੀ ਚਾਹੀਦਾ ਕਿ ਥੋੜਾ ਦੇ ਐਜ਼ ਦੇ ਕਮ ਇਨ ਦੇ ਰਸ਼ ਇਨ ਲਾਈਕ ਯੂ ਨੋ like Uber, you know, they want to be straight way in, so make sure they have like an Uber so make sure they have like you know very important like is don't put the people in pressure, so just is patience is very important, yeah, and try to come on the time, but if you has to wait a little bit doesn't matter, but try to be there on time as well। ਪਰ ਵੇਟ ਕਰਨੀ ਤੁਹਾਡੀ ਭਲਾਈ ਦੇ ਲਈ, ਤੁਹਾਡੀ ਪ੍ਰੋਟੈਕਸ਼ਨ ਦੇ ਲਈ ਤੁਸੀਂ ਵੇਟ ਕਰ ਰਹੇ ਆ, ਨਾ ਕਿ you know yeah, because appointment time te I think it's like everybody wants to go as well, but precaution de hisab de naal agar nikki dekhya jaye te everybody need a haircut now ਹਾਂਜੀ haircut ਔਰ ਵੈਕਸਿੰਗ ਤਾਂ as I said ਜ਼ਿਆਦਾ ਥੋੜਾ ਰਿਸਕ ਹੋ ਜਾਂਦਾ ਆ ਕਰਕੇ ਤੁਸੀਂ ਸਪੈਸ਼ਲੀ ਰੋਲਰ ਸਪੈਚੂਲਰ ਵੀ ਵਾਪਸ ਜਾਂਦੇ ਰੋਲਰਸ ਆ। ਇੱਕ ਹੋਰ ਸਾਰੇ ਕਾਫੀ ਕਸਟਮਰਸ ਮੈਨੂੰ ਕੁਐਸਚਨ ਪੁੱਛਦੇ ਆ ਕਿ ਜਿਹੜੇ ਰੋਲਰਸ ਆ ਤੁਸੀਂ ਇਹੀ ਦੂਜੇ ਕਸਟਮਰ ਦੇ ਲਾ ਦਿੰਦੇ ਆ, ਪਰ ਐਕਚੁਅਲੀ ਜਦੋਂ ਇੱਕ ਰੋਲਰ ਤੁਸੀਂ ਯੂਜ਼ ਕਰਕੇ ਵਾਪਸ ਉਹ ਹੀਟਰ ਦੇ ਵਿੱਚ ਚਲੇ ਜਾਂਦਾ, ਇੱਕ ਜਿਹੜੀ ਹੀਟ ਆ ਤੇ ਇੱਕ ਬਲੀਚ ਆ, ਦੋ ਚੀਜ਼ਾਂ ਜਰਮਸ ਨੂੰ 100% ਕਿਲ ਕਰਦੀਆਂ ਆ। ਸੋ ਉਹ ਆਲਰੇਡੀ ਜਿਹੜਾ ਰੋਲਰ ਵਾਪਸ ਤੁਸੀਂ ਰੱਖ ਦਿੰਦੇ ਨਾ ਹੀਟਰ ਵਿੱਚ, ਆਲਰੇਡੀ ਉੱਥੋਂ ਹੀ ਡਿਸਇਨਫੈਕਟਡ ਹੋਣਾ ਸਟਾਰਟ ਹੋ ਜਾਂਦਾ ਆ, ਕਰਕੇ ਉਹ ਹੀਟ ਦੇ ਵਿੱਚ ਦੁਬਾਰਾ ਲੱਗ ਜਾਂਦਾ ਜਾ ਕੇ ਕੋਈ ਵੀ ਹੌਟ ਚੀਜ਼ ਆ। ਨਹੀਂ ਕਿ ਕਿੰਨਾ ਕੁ ਟਾਈਮ ਜਿੱਦਾਂ ਕਈ ਹਰੇਕ ਚੀਜ਼ ਨੂੰ ਸਟੈਰਲਾਈਜ਼ ਕਰਨ ਲਈ ਆ ਸਰਟਨ ਟਾਈਮ ਚਾਹੀਦਾ ਹੁੰਦਾ, ਬਿਕੋਜ਼ ਕਈ ਹੋ ਸਕਦਾ ਕਿ 5 ਮਿੰਟ 'ਚ ਸਟੈਰਲਾਈਜ਼ ਹੋ ਜਾਂਦੇ ਹੋਣ, ਜਾਂ ਕਈਆਂ ਨੂੰ ਹੋਲ ਡੇ ਵੀ ਲੱਗ ਸਕਦਾ 24 ਆਵਰਸ ਦੀ ਸਟੈਰਲਾਈਜ਼ੇਸ਼ਨ ਦੀ ਲੋੜ ਹੋਏ। ਉਹ ਕਿਹੜੀ ਇਕਵਿਪਮੈਂਟ ਹੁੰਦੀ ਹੈ ਜਿਹੜੀ ਤੁਸੀਂ ਜਿਹੜੀਆਂ ਆਪਾਂ ਤਾਂ ਸਾਲੋਨ ਦੀ ਗੱਲ ਕਰ ਰਹੇ ਹਾਂ, ਸਾਲੋਨ ਦੀ ਜਿਹੜੀ ਇਕਵਿਪਮੈਂਟਸ ਆ ਉਹਨਾਂ ਨੂੰ ਇੰਨਾ ਟਾਈਮ ਨਹੀਂ ਲੱਗਦਾ, ਸਟੀਮ ਤੁਸੀਂ 15-20 ਮਿੰਟਸ ਵੀ ਲਾ ਸਕਦੇ ਆ, so it does not take more than 15 minutes। and ਜਿਹੜੀਆਂ ਸਪਰੇ 100% alcohol ਹੈ, you can depend ਤੁਸੀਂ ਟੂਲਸ ਯੂਜ਼ ਕਿੱਦਾਂ ਕਰ ਰਹੇ। ਫੋਰ ਐਗਜ਼ਾਮਪਲ ਤੁਸੀਂ ਹੁਣ ਡੈਂਟਿਸਟ ਤੇ ਜਾਂਦੇ ਆ, ਉਹ ਸਾਰੇ ਟੂਲਸ orally ਯੂਜ਼ ਹੁੰਦੇ ਆ, which is they need longer to sterilize। ਜਿਹੜੇ ਡੈਂਟਿਸਟ ਦੇ ਟੂਲ ਹੁੰਦੇ ਆ they need to be more longer than ਜਿਹੜੇ ਬਿਊਟੀ ਸਾਲੋਨ ਦੇ ਟੂਲ ਹੁੰਦੇ ਆ, ਦੇਖੋ ਆ ਬੇਸਿਕ loss of so the outer layer of that skin ਤੇ ਕਰ ਰਹੇ ਹੁੰਦੇ ਨਾ ਕਿ inside we can't really touch, we're not touching inside the teeth, so you know mouth or anything, it's just basically you're trimming the hair or you know, so it's not really too infected। so ਇਹ ਤੇ ਆਪਣੀ ਗੱਲ ਹੋ ਗਈ gloves, facial mask and protective covers। so managing the environment, ਜਦੋਂ surface cleaning ਹੈ ਜਿਹੜੀ ਹੈਗੀ ਹੈ, is it every ਜਦੋਂ ਹੁਣ chair ਤੁਹਾਡੇ ਸੈਲਨ ਦੇ ਵਿੱਚ ਕੋਈ ਆਇਆ, ਉਹਨੇ ਚੇਅਰ ਯੂਜ਼ ਕੀਤੀ, ਉਸ ਤੋਂ ਬਾਅਦ is there somebody always there to clean up the table which is used or the chair is used, or ਜਿਹੜੀ comb ਵਗੈਰਾ ਜਿਹੜੀ ਉਹ ਯੂਜ਼ ਕਰਦੇ ਆ, sometimes they think you know ਕਈ ਵਾਰ ਤਾਂ same comb ਹੀ ਯੂਜ਼ ਹੁੰਦੀ ਹੈ, but I'm not sure how it's gonna work out now। ਅੱਗੇ ਤੁਸੀਂ ਤੁਹਾਡੇ ਕੋਲ 5 ਕੁਐਸਚਨ ਹੋ ਗਏ ਕਿ ਕੁਐਸਚਨ ਵਿੱਚ yes okay ਪਹਿਲਾਂ ਆਪਾਂ ਸਟਾਰਟ ਕੀਤਾ ਸੀਗਾ ਤੇ ਤੁਸੀਂ ਕਹਿੰਦੇ ਚੇਅਰਸ, so how we do it ਸਾਰੇ ਸਾਲੋਂ ਡਿਫਰੈਂਟ ਕੁਝ ਮੇ ਤੋਂ ਟਿਪਸ ਲੈ ਵੀ ਸਕਦੇ ਆ ਕਿ ਜਿਹੜੇ ਕਾਊਚ ਰੋਲਸ ਹੁੰਦੇ ਆ, ਕਾਫੀ ਬਿਗ ਟਿਸ਼ੂ ਸ਼ੀਟਸ ਹੁੰਦੀਆਂ ਹਸਪੀਟਲਸ ਵੀ ਆਪਾਂ ਯੂਜ਼ ਕਰਦੇ ਆ। ਸੋ ਵਾਟ ਵੀ ਡੂ, ਆਪਾਂ ਉਹਨਾਂ ਨੂੰ ਰੋਜ਼ ਇੱਕ ਮੈਂ ਰੱਖਿਆ ਹੋਇਆ ਕੋਨਸ ਤੇ ਨਾਲ ਇੱਕ ਸਪਰੇ ਰੱਖੀ ਹੋਈ ਆ। Okay. So each customer goes, we quickly spray it, we have big bins, so we wipe it off and it goes in there। so ਸਾਰਾ ਕੁਝ ਪਹਿਲਾਂ ਹੀ ਰੈਡੀ ਰੱਖਣਾ ਚਾਹੀਦਾ, ਨਾ ਕਿ ਕਸਟਮਰ ਚਲੇ ਗਿਆ ਦੂਜਾ ਸਾਲ ਮਰ ਕੇ ਬੈਠ ਗਿਆ ਕਿ ਤੁਹਾਡੇ ਕੋਲ ਤਾਂ ਸਪਰੇ ਉੱਥੇ 2 ਮੀਲ ਦੂਰ ਪਈ ਆ। so make sure everything next to your chair, everything is there। so say for example you're busy, customer apni help, he can help himself, they can clean and they can sit, you know। so make sure they notes lage hoya ki if a colleague is busy, please help yourself, tissues available, please don't be shy to use them। that's really good idea, because agar ਤੁਸੀਂ ਲਿਖ ਕੇ ਲਗਾਇਆ ਹੋਇਆ already ਹੈ ਨਾ, just in case, because some people ਇਹ ਵੀ ਕਹਿ ਸਕਦੇ ਆ ਵੀ ਤੁਸੀਂ ਚੇਅਰ ਤਾਂ ਕਲੀਨ ਨਹੀਂ ਕੀਤੀ ਸੀ, ਮੈਂ ਇੱਥੇ ਬੈਠਿਆ ਸੀਗਾ, so at least if there is you know verifying that ਕਿ ਤੁਸੀਂ ਆਪ ਵੀ ਕਲੀਨ ਕਰ ਸਕਦੇ ਹੋ, you know ਅਗਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ, or you can
ask as well. So ਇਹ ਤੇ ਸਾਡੀ ਹੋਗੀ ਵੀ cleaning the ਬਾਕੀ chair as ਕਸਟਮਰ well. ਸੀਟਸ ਜਿਹੜੀਆਂ ਹੈਗੀਆਂ ਆ ਅਵੋਇਡ ਕਰੋ ਉਹਨਾਂ ਨੂੰ ਯੂਜ਼ ਕਰਨ ਨੂੰ ਕੁਛ ਉਹਨਾਂ ਤੇ ਜਾਂ ਕਵਰ ਕਰ ਦਿਓ ਅਸੀਂ ਤਾਂ ਕ੍ਰੋਸਿਸ ਬਿਗ ਕ੍ਰੋਸਿਸ ਲਗਾਏ ਉਹ ਵਾਈਟ ਟੇਪ ਦੇ ਨਾਲ ਮੇਕ ਸੋ ਦੇ ਨੋ ਫॉर ਸੀਟਿੰਗ ਐਂਡ ਅਪਾਇੰਟਮੈਂਟਸ ਜਿੱਦਾਂ ਸਾਡੇ ਹੁਣ ਵੋਕਿੰਗ ਸਾਲੂਨਸ ਵੀ ਹੈਗੇ ਆ ਐਂਡ ਅਪਾਇੰਟਮੈਂਟ ਸਿਸਟਮ ਵੀ ਹੈਗਾ So you go both ਬਾਹਰ sides. ਇੰਨੀ ਕੁ ਜ਼ਿਆਦਾ ਠੰਡ ਹੁੰਦੀ ਹੈ ਕਸਟਮਰ ਬਾਹਰ ਵੇਟ ਕਰਨਾ ਲਾਈਕ ਨਹੀਂ ਕਰਦੇ ਕਾਫੀ ਵੱਡੇ ਕਿਊ ਲੱਗ ਜਾਂਦੇ ਆ ਸਮਟਾਈਮ ਇਟ ਵਿਲ ਬੀ ਔਨ ਮੰਡੇ ਸੋ ਇਟਸ ਜਸਟ ਲਾਈਕ ਜੇ ਤੁਸੀਂ ਨਹੀਂ ਕੁਝ ਵੇਟ ਕਰ ਸਕਦੇ ਗੱਡੀ 'ਚ ਵੇਟ ਕਰ ਲਓ ਸੋ ਆਈ ਡੋਨਟ ਵਾਂਟ them to get poorly either but you can't take more than 5 customers so 6 customers normally 6 people in the salon I don't know what's going to lobby for Monday but ਤਿੰਨ ਤੇ ਕੰਮ ਕਰਨ ਵਾਲੇ ਹੋਗਾ you can only have 3 more people inside the building so low restriction do not come early but do not come late but don't get like ice cold or you can call them we are coming but I think ਜਿਹੜੇ salons ਵਗੈਰਾ ਉਹਨਾਂ ਨੇ ਵੀ ਟਾਈਮਿੰਗ ਥੋੜੀ ਐਕਸਟਰਾ already ਰੱਖੀ ਹੈ just in case if anybody is waiting outside ਜਾਂ ਕੋਈ circumstance ਇਦਾਂ ਦਾ ਬਣ ਜਾਂਦਾ ਜਿਹਦੇ ਆਧਾਰ ਤੇ ਇਹਨਾਂ ਨੂੰ ਦੇਖਣ ਨੂੰ ਪਤਾ ਲੱਗ ਜਾਊਗਾ ਜਦੋਂ ਵੀ ਜਾਓਗੇ they will clients ਨੂੰ they will know ਜੇ ਤੁਹਾਨੂੰ ਲੱਗਦਾ ਹੈ ਕਿ salon clean ਨਹੀਂ ਹੈਗਾ ਕਿ social distancing ਨਹੀਂ ਰੱਖ ਰਹੇ ਉਹ ਕੁਝ clear ਨਹੀਂ I would say avoid those salon make sure you know again cross infection we have to stop so we should avoid going to those salons and all looking after ਨਿੱਕੀ ਜਿੱਦਾਂ ਕਿ ਆਪਾਂ low risk and high risk environmental surface ਦੀ ਗੱਲ ਕੀਤੀ cleaning surface ਜਿਹੜਾ ਹੈਗਾ ਆਪਣੇ worktop ਕਹਿ ਲਓ ਜਾਂ ਜਿੱਥੇ ਤੁਸੀਂ ਕੰਮ ਕਰਦੇ ਹੋ ਉਹ everyday ਤੁਸੀਂ ਫਿਰ clean ਕਰਦੇ ਹੋ ਕਿ certain hours ਬਾਅਦ or it's because you are managing that side isn't it so yeah I manage that side but you don't know ਕਿ who's touching and who's coming and going sometime ਜਿਹੜੇ chairs ਆ every single customer after use ਹੁੰਦੇ ਜਿਹੜਾ ਤੁਹਾਡਾ ਕੋਈ tweezer ਹੋਇਆ scissor every single after customer we disinfect those stuff okay every but ਜਿਹੜੇ door handles yeah whenever we get a little bit quiet we clean the door handles then the reception area you know we clean all the worktop so whenever we get time between so we all start being trained there's nobody has to be whoever free quickly do it you know okay so ਇਹ ਹੈਗਾ ਕਿ ਇੰਨੇ ਟਾਈਮ ਬਾਅਦ ਤੁਸੀਂ ਕਲੀਨ ਕਰ ਲੈਣਾ so there is a timing ਕਿ ਘੰਟੇ ਬਾਅਦ you know we're going to clean that area every time to just to get the control everything ਠੀਕ ਹੈ so spillage of blood and another body fluid ਜਿਹੜਾ ਹੁੰਦਾ ਉਹ ਤੁਸੀਂ ਫਿਰ ਕਿਸ ਤਰੀਕੇ ਦੇ ਨਾਲ ਸਾਡੇ ਇਸ ਟਾਈਮ ਤੇ ਕੁਝ ਬੇਸਿਕਲੀ ਬਲੱਡ ਵਗੈਰਾ ਕੋਈ ਸਪਿਲੇਜ ਨਹੀਂ ਹੁੰਦਾ ਹੈਗਾ ਜੇ ਹੋਵੇ ਵੀ ਯੂ ਕੈਨ ਹੈਵ ਯੂ ਨੋ ਐਂਟੀਸੈਪਟਿਕ ਲਿਕੁਇਡਸ ਹੁੰਦੇ ਆ ਯੂ ਕੈਨ ਪ੍ਰੈਸ ਔਨ them if there is any liquid but you can pour aloe gel or something to calm the area down but main important stuff ਹੈ ਜਿਹੜਾ ਆਪਾਂ ਕੋਈ ਇਕਵਿਪਮੈਂਟ ਤੇ ਜਿਹੜੇ ਸ਼ਾਰਪ ਟੂਲਸ ਵਗੈਰਾ ਯੂਜ਼ ਕਰਦੇ ਆ ਸਪੈਸ਼ਲੀ ਟੈਟੂ ਵਗੈਰਾ ਲਈ ਜਿੱਦਾਂ ਜੇ ਟੈਟੂਸ ਹੋ ਗਿਆ ਮਾਈਕਰੋ ਬਲੇਡਿੰਗ ਹੋ ਗਈ ਜੀ ਉਹਦੇ ਵਿੱਚ ਜਿਹੜੇ ਇਕਵਿਪਮੈਂਟਸ ਯੂਜ਼ ਹੁੰਦੀਆਂ ਦੇ ਹੈਜ਼ ਟੂ ਹੈਵ ਅ ਸਪੈਸ਼ਲ ਕੰਟੇਨਰ ਹੁੰਦੇ ਆ ਮੈਂ ਕਾਫੀ ਨੋਟ ਕੀਤਾ ਹੈ ਕਾਫੀ ਮੇਰੀ ਸਾਲੋਨ ਫਰੈਂਡਸ ਹੈਗੀ ਆਮ ਸੋ ਸੌਰੀ ਓਕੇ ਮੈਂ ਕਾਫੀ ਫ੍ਰੈਂਡਲੀ ਹੈਗੀ ਆ ਸਾਰੀਆਂ I get on with everyone so they all know so they ask ਕਾਫੀ ਮੈਂ ਨੋਟ ਪਲੀਜ਼ ਆਪਣੇ ਲਈ ਇੱਕ ਸ਼ਾਰਪ ਟੂਲਸ ਲਈ ਸਪੈਸ਼ਲ ਕੰਟੇਨਰਸ ਹੁੰਦੇ ਆ ਉਹਨਾਂ ਨੂੰ ਯੂਜ਼ ਕਰੋ ਨਾ ਕਿ ਨੋਰਮਲ ਬੇਂਚ ਜਾਣ ਹੋ ਚੀਜ਼ਾਂ ਇਹ ਹੋ ਰਿਹਾ ਆ Yes, so I'm not going to point someone out. So ਨਿੱਕੀ ਨੇ ਜਿੱਦਾਂ ਮੈਂਸ਼ਨ ਕੀਤਾ ਬਹੁਤ ਹੀ ਇੱਕ ਇੰਪੋਰਟੈਂਟ ਹੈਗਾ ਕਿ ਸਪੈਸ਼ਲੀ ਸ਼ਾਰਪ ਟੂਲ ਤੁਸੀਂ ਹਸਪੀਟਲ ਵਗੈਰਾ ਤੋਂ ਵੀ ਗੈਟ ਕਰ ਸਕਦੇ ਹੋ ਯੈਲੋ ਬਾਕਸ ਹੁੰਦੇ ਆ ਜਿਹੜੀ ਸਟ੍ਰਾਈਟ ਅਵੇ ਯੂ ਪੁੱਟ ਦ ਨੀਡਲ ਇਨ ਐਂਡ ਉਹ ਆ ਕੇ ਵੀ ਤੁਹਾਡੇ ਲਈ ਲਿਜਾ ਸਕਦੇ ਹੈਗੇ ਆ ਸੋ ਇਟਸ ਨਾਟ ਐਕਸਪੈਂਸਿਵ ਕਿ ਤੁਹਾਨੂੰ ਛੱਡਣਾ ਪਏਗਾ ਜਾਂ ਤੁਹਾਡੇ ਕੋਲ ਅਲੱਗ ਛੋਟਾ ਜਿਹਾ ਬਿਨ ਤੁਹਾਨੂੰ ਪ੍ਰੋਵਾਈਡ ਕਰਦੇ ਸ਼ਾਰਪਸ ਲਈ ਸਪੈਸ਼ਲੀ ਜਿਹੜੇ ਟੈਟੂਜ਼ ਵਗੈਰਾ ਬਣਵਾਉਂਦੇ ਜਾਂ ਸਰਟਨ ਇੱਕ ਬਹੁਤ ਇੰਪੋਰਟੈਂਟ ਹੈ ਜਿਹੜੇ ਕਮਰਸ਼ੀਅਲ ਵੇਸਟ ਹੁੰਦਾ ਆ ਜੀ ਕਾਫੀ ਰੀਜ਼ਨ ਇਹ ਵੀ ਆ ਕਿ ਤੁਸੀਂ ਜਿਹੜੇ ਉਹ ਸ਼ਾਰਪ ਕਿਤੇ ਈਵਨ ਜਿਹੜਾ ਤੁਸੀਂ ਰੇਜ਼ਰ ਵੀ ਯੂਜ਼ ਕਰਦੇ ਉਹਨੂੰ ਕਹਿੰਦੇ ਸੇਫਟੀ ਡਿਸਪੋਜ਼ੇਬਲ ਸ਼ੇਵਰਸ ਹੁੰਦੇ ਆ ਤਾਂ ਲੇਜ਼ਰ ਤੋਂ ਪਹਿਲਾਂ ਯੂਜ਼ ਕਰਦੇ ਆ ਹੈਅਰ ਰਿਮੂਵ ਕਰਕੇ ਫਿਰ ਟ੍ਰੀਟਮੈਂਟ ਹੁੰਦਾ ਉਹ ਵੀ ਉਹ ਨੋਰਮਲ ਬਿਨ ਜਾਂਦੇ ਆ ਵਿਚ ਇਜ਼ a bylaw should allow they should go into sharp bin as well and council ਤੇ ਤੁਸੀਂ ਇੱਕ ਆਨਲਾਈਨ ਫਾਰਮ ਫਿਲ ਕਰਨਾ ਹੁੰਦਾ ਵੈਰੀ ਸਿੰਪਲ ਜਿਹਾ ਫਾਰਮ ਹੈ ਤੁਹਾਨੂੰ ਆਪਣਾ ਇੱਕ ਰੈਫਰੈਂਸ ਨੰਬਰ ਮਿਲ ਜਾਂਦਾ ਤੁਹਾਡੇ ਬਿਜ਼ਨਸ ਦੇ ਨਾਮ ਹੁੰਦਾ ਉਹਦੇ ਤੇ ਇੱਕ ਰੈਫਰੈਂਸ ਹੁੰਦਾ ਤੁਸੀਂ ਜਦੋਂ ਵੀ ਆਪਣਾ ਕੋਈ ਵੀ ਕਮਰਸ਼ੀਅਲ ਵੇਸਟ ਹੈ ਈਵਨ ਟਿਸ਼ੂ ਕੁਛ ਵੀ ਆ ਬੇਸ ਤੁਸੀਂ ਉੱਥੇ ਲੈ ਕੇ ਜਾ ਸਕਦੇ ਟਿਪ ਤੇ ਉਹ ਤੁਹਾਨੂੰ ਥੋੜੇ ਚਾਰजेस ਹੁੰਦੇ ਆ ਦੇ ਡੂ ਇਟ ਫॉर ਯੂ ਸੋ ਵੈਰੀ ਈਜ਼ੀ ਵੇ ਨਿੱਕੀ ਤੁਸੀਂ ਦੱਸਦਾ ਜੋ ਕਿ ਇੰਪੋਰਟੈਂਟ ਹੈ ਕਈ ਲੋਕੀ ਜਿਹੜੇ ਘਰਾਂ 'ਚ ਵੀ ਸੈਲੂਨਸ ਵਗੈਰਾ ਖੋਲੇ ਹੋਏ ਘਰਾਂ ਵਿੱਚ ਉਹਨਾਂ ਦੇ ਲਈ ਵੀ ਯੂ ਨੋ ਦੇ ਕੈਨ ਆਸਕ ਘਰਾਂ ਵਿੱਚ ਤਾਂ ਚਲੋ ਸ਼ੋ ਕਿ ਇਫ ਦੇ ਆਰ ਅਲਾਉਡ ਟੂ ਡੂ ਦੈਟ ਘਰਾਂ ਵਿੱਚ ਚਲੋ ਉਹ ਆਪਾਂ ਬਾਅਦ ਵਿੱਚ ਗੱਲ ਕਰਦੇ ਆ ਘਰਾਂ ਵਿੱਚ ਜਿਹੜੀ ਹੈਗੀ ਚਲੋ ਉਹਨਾਂ ਦੀ ਮੈਂ ਅੰਡਰਸਟੈਂਡਿੰਗ ਕਰਦੀ ਹਾਂ ਕਿ ਉਹਨਾਂ ਨੂੰ ਨਹੀਂ ਪਤਾ ਹੈਗਾ ਮੈਂ ਕਿ ਸਿਰਫ ਸਾਲੋਂ ਲਈ ਨਹੀਂ ਮੈਂ ਇੰਨੇ ਨੋਰਮਲ ਬਿਜ਼ਨਸਿਸ ਦੇਖੇ ਉਹਨਾਂ ਨੂੰ ਪਤਾ ਨਹੀਂ ਉਹਨੇ ਆਪਣਾ ਵੇਸਟ ਕਿੱਥੇ ਸਿੱਧਣਾ ਆਦਰੋਂ ਆਲੀ ਵੇਸਟ ਕਿਤੇ ਡੰਪ ਕਰ ਦਿੰਦੇ ਆ ਬਿਜ਼ਨਸ ਵੇਸਟ
ਨੂੰ ਕਿਤੇ ਵੀ ਰੱਖ ਦਿੰਦੇ ਆ ਜਾਂ ਨੋਰਮਲ ਘਰਾਂ 'ਚ ਨੂੰ ਲੈ ਕੇ ਜਾਂਦੇ ਆ ਆਪਣਾ ਵੇਸਟ, ਵਿਚ ਇਜ਼ ਕਾਫੀ ਤੁਸੀਂ ਵੱਡਾ ਫਾਈਨ ਪੇ ਕਰ ਸਕਦੇ ਤੁਹਾਡੇ ਵਿੱਚ ਕੋਈ ਲੈਟਰ ਮਿਲ ਗਈ ਤੁਹਾਡੇ ਐਡਰੈਸ ਤੇ ਯੂ ਵਿਲ ਬੀ ਸਪੈਸ਼ਲੀ ਹੈ ਨਾ ਨਿੱਕੀ ਜਦੋਂ ਟੈਟੂਜ਼ ਵਗੈਰਾ ਜਾਂ ਜਿਹੜੀ ਨੀਡਲਸ ਕਿਸੇ ਦੇ ਚੁੱਭ ਜਾਏ ਜਾਂ ਕਿਉਂਕਿ HIV AIDS ਵਗੈਰਾ ਜਿਹੜੀ ਇਹ ਚੀਜ਼ਾਂ ਹੈਗੀਆਂ ਇਹਨਾਂ ਤੋਂ ਹੀ, ਬਿਕੋਜ਼ ਵੀ ਡੋਂਟ ਨੋ ਕਿ ਕਿਹੜੇ ਪਰਸਨ ਨੇ ਯੂਜ਼ ਕੀਤੀ ਹੈ। ਸੋ ਉਸ ਪੱਖੋਂ ਧਿਆਨ ਰੱਖਦੇ ਹੋਏ ਨੀਡਲਸ ਜਿਹੜੀ ਰਾਈਟ ਤਰੀਕੇ ਦੇ ਨਾਲ ਡਿਸਪੋਜ਼ ਕੀਤੀ ਜਾਏ ਤਾਂ ਵਧੀਆ ਰਹਿੰਦਾ, ਤਾਂ ਕਿ ਕਿਸੇ ਨੂੰ ਪ੍ਰੋਬਲਮ ਨਾ ਹੋਏ ਇੱਦਾਂ ਦੀ। ਐਂਡ ਇੱਕ ਹੋਰ ਚੀਜ਼ ਹੈ ਜਿਹੜੀ ਵੀ ਤੁਸੀਂ ਕੋਈ ਮਾਈਕਰੋਬਲੇਡਿੰਗ ਕਰ ਰਿਹਾ, ਕੋਈ ਟੈਟੂਇਸਟ ਹੈਗਾ ਆ, ਮੇਕ ਸ਼ੋਰ ਯੂਜ਼ ਐਵਰੀਥਿੰਗ ਡਿਸਪੋਜ਼ੇਬਲ ਐਂਡ ਉਹ ਕਾਫੀ ਇੰਨਾ ਮਹਿੰਗਾ ਨਹੀਂ ਹੁੰਦਾ ਹੈਗਾ, but highly recommended disposable ਹੀ ਹੋਵੇ ਤਾਂ ਬੈਟਰ ਹੈ ਰਾਤ ਜਾਂ ਸੈਨੀਟਾਈਜ਼ਰ ਸਟੇਰਿਲਾਈਜ਼ ਕਰਨ ਦੇ ਨਾਲੋਂ, because ਉਹ ਇੰਨੇ ਟੂਲ ਐਕਸਪੈਂਸਿਵ ਨਹੀਂ ਹੁੰਦੇ। ਆਈ ਨੋ ਦ ਡਾਕਟਰਸ ਦੇਅਰ ਟੂਲਸ ਆਰ ਵੈਰੀ ਐਕਸਪੈਂਸਿਵ, ਯੂ ਨੋ ਦੇ ਹੈਜ਼ ਟੂ ਪਰ ਜਿਹੜੇ ਦੇਖ ਕੇ ਕਰੇ ਡਾਕਟਰਸ ਟੂਲਸ ਆਰ ਐਕਸਪੈਂਸਿਵ ਨ ਹਸਪੀਟਲ ਜਿਹੜੇ ਟੂਲਸ ਆਈ ਨੋ ਦੇ ਆਰ ਵੈਰੀ ਐਕਸਪੈਂਸਿਵ, ਦੇ can't of course afford to throw them in the bin, or dentist ਜਿਹੜੇ ਟੂਲਸ ਹੁੰਦੇ ਆ, you know they those equipment that takes 20-24 hours to sterilize, that's fine, but the tools they're using in the salon for microblading or tattooing or you know those are disposable stuff, काफी affordable हैगा, very actually cheaper than having the you know, then you can use fresh as well, and customer satisfied as well, they see you taking every time new blade out and it kind of satisfy them better, ਥੋੜਾ ਜਿਹਾ you know ਰਾਹਤ ਮਿਲਦੀ ਹੈ ਵੀ ਹਾਂ ਜਿਹਦੇ ਕੋਲ ਅਸੀਂ ਜਾ ਰਹੇ ਹਾਂ they are taking the right precaution for infection control। ਨਿੱਕੀ ਜਿੱਦਾਂ ਫੇਸ ਆਪਾਂ ਵੇਸਟ ਮੈਨੇਜਮੈਂਟ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਸਪਿਲੇਜ ਬਲੱਡ ਆਪਾਂ ਕਵਰ ਕੀਤਾ, ਐਨੀਥਿੰਗ ਐਲਸ ਯੂ ਵਾਂਟ ਟੂ ਕਵਰ ਇਨ ਦੈਟ? ਦੱਸ ਵੇਲੀ ਕੁਛ ਵੀ ਉੱਦਾਂ ਵੀ ਤੁਸੀਂ ਕੁਛ ਦੱਸ ਵੇਲੀ ਸੋ ਜਿਹੜੇ ਹੇਅਰ ਵਗੈਰਾ ਹੋ ਜਾਣ ਜਾਂ ਇਹਦਾ ਉਹ ਫਿਰ ਡਿਫੋ ਸੈਪਰੇਟ, ਉਹ ਸੈਪਰੇਟ ਆ ਗਿਆ ਨਾ, ਆਪਾਂ ਹਜੇ ਬਲੱਡ ਦੇ ਬੇਸ ਤੇ ਕਰ ਰਹੇ ਹਾਂ। ਠੀਕ ਹੈ। ਜਿਹੜੇ ਹੈਜ਼ ਆ ਦੈਟਸ ਇਟ, ਉਹ ਵੀ ਹਾਈ ਰਿਸਕ ਆ ਜ਼ਿਆਦਾ ਮੇਲ ਗਰੂਮਿੰਗ ਐਸ ਵੀ ਮੈਂਸ਼ਨਡ ਅਰਲੀਅਰ, ਜਿਹੜੇ ਮੇਲ ਗਰੂਮਿੰਗ ਆ ਕਰਕੇ ਉਹ ਵੈਟ ਸ਼ੇਵਸ ਵਗੈਰਾ ਕਰ, ਚਲੋ ਪਾਈਓ ਸਟਾਰਟ ਕਰ ਲੈਂਦੇ ਆ ਮੇਲ ਗਰੂਮਿੰਗ ਦੀ। ਐਸ ਵੀ ਵਰ ਸੇਇੰਗ ਸ਼ੇਵਿੰਗ ਫॉर, ਮੈਂ ਤਾਂ ਲਿਖਿਆ ਸੀ ਸ਼ੇਵਿੰਗ ਫॉर ਮੈਨਸ, ਬਿਕਾਜ਼ ਮੈਨਸ ਕਾਂਟ ਟੇਕ ਦ ਕਲਿੱਪਰਸ ਵਿਦ them, ਲੇਡੀਜ਼ ਤਾਂ ਆਪਣੇ ਕੋਮਸ ਨਾਲ ਲੈ ਕੇ ਆ ਜਾਂਦੀਆਂ ਵਿਚਾਰੀਆਂ, ਦੇ ਟੇਕ ਦ ਕੋਮਸ ਆਊਟ ਆਫ ਦ ਪਰਸ। ਇਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ ਸ਼ੇਵਿੰਗ ਫॉर ਮੈਨ, ਕਿਉਂਕਿ ਮੈਨਸ ਜਿਹੜੇ ਸਟਾਈਲਸ ਵਗੈਰਾ ਥੋੜੇ ਜ਼ਿਆਦਾ ਦਾੜੀ ਦੇ ਹੋ ਗਏ ਜਾਂ ਆਪਣੇ ਯੰਗਸਟਰ ਜਾਂ ਮਾਸਕ ਨਹੀਂ ਪਾਉਂਦੇ, ਇੱਕ ਤਾਂ ਪਲੀਜ਼ ਤੁਸੀਂ ਮੇਰੇ ਜਿਹੜੇ ਸਟਾਫ ਹੈ ਉਹਨਾਂ ਨੂੰ ਲੁੱਕ ਆਫਟਰ ਕਰੋ, ਨਾ ਕਿ ਸ਼ਾਊਟ ਐਟ them, they want to show that they want to show off there, you know। ਚਲੋ ਸ਼ੇਵਿੰਗ ਦੀ ਗੱਲ ਕਰਦੇ ਆ, ਸਟਾਰਟਿੰਗ ਵੀ ਕਿਸ ਤਰੀਕੇ ਦੇ ਨਾਲ ਫਿਰ ਉਹ ਕਰ ਸਕਦੇ ਹਾਂ ਸ਼ੇਵਿੰਗ? ਯੈਸ, ਸ਼ੇਵਿੰਗ ਅਗੇਨ ਉਹੀ ਸ਼ਾਰਪ ਆਈਟਮ, ਜੇ ਤੁਹਾਡੇ ਕੋਲ ਹੁਣ ਬਾਰਬਰਸ ਕੋਈ ਮੈਨੂੰ ਵਾਚ ਕਰ ਰਿਹਾ, ਉਹਨਾਂ ਦੇ ਬਾਰਬਰ ਸਾਲੋਨ ਹੈਗੇ ਆ, so disposable blades ਹੁੰਦੇ ਆ which is fits into the razor, so each time make sure change the blades, and you know clippers, you know you can sanitize the heads of clippers, each customer you can spray them, you can sanitize them, and very important have a disposable the gowns, the aprons you can have disposable, each customer you can just, they can take them home with them, or you can just, they can take it off and put it in the bin. I have trained my old customers, and they normally take their own apron and put them in the bin. I don't touch the apron once it's done, so it's up to them how they train my staff, just give customer apron, tie it up, and they can lay with them, or they can just pull it out and put it in the bin. So that's ਸਾਡੀ ਹੋ ਗਿਆ ਸ਼ੇਵਿੰਗ ਦੇ ਬਾਰੇ। ਮੇਕ ਸ਼ੋਰ ਦੇ ਡੂ ਚੇਂਜ ਅ ਬਲੇਡ ਐਵਰੀ, ਬਿਕਾਜ਼ ਦ ਬਲੇਡਸ ਕਾਫੀ ਸ਼ਾਰਪ ਹੁੰਦੇ ਆ, ਇੱਕ ਸੈਟ ਦੇ ਨਾਲ ਯੂ ਕੈਨ ਡੂ 5 or 6 shaves, but so ਇਹ ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਯੂ ਚੈੱਕ ਇਟਸ ਬੀਨ ਚੇਂਜਡ। ਸੋ ਅਗਰ ਨਹੀਂ ਚੇਂਜ ਕੀਤਾ ਤੇ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਤੁਸੀਂ ਸੇਮ ਜਿਹੜਾ ਕਸਟਮਰ ਸੀ ਉਹਦਾ ਸ਼ਰਮੋ ਨਾ, ਕਿਸੇ ਚੀਜ਼ ਕੋਈ ਸ਼ਰਮ ਨਹੀਂ ਹੈਗੀ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਸੈਟੀਸਫੈਕਸ਼ਨ ਲਈ ਤੁਸੀਂ ਉਹਨਾਂ ਨੂੰ ਕੁਐਸਚਨ ਕਰ ਸਕਦੇ ਆ। ਸੋ ਮੇਕ ਸ਼ੋਰ ਤੁਸੀਂ ਪੁੱਛ ਲਓ, ਅਗਰ ਲੱਗਦਾ ਕਿ ਵੀ ਉਹਨਾਂ ਨੇ ਚੇਂਜ ਨਹੀਂ ਕੀਤਾ, ਕਈ ਵਾਰੀ ਉਹ ਯੂ نو ਦੇ ਆਰ ਸੋ ਫਾਸਟ ਕਰ ਵੀ ਲੈਣ ਤੇ ਅਸੀਂ ਸੋਚਦੇ ਸ਼ਾਇਦ ਕੀਤਾ ਕਿ ਨਹੀਂ ਕੀਤਾ। ਸੋ ਯੂ ਕੈਨ ਥੋੜੀ ਜਿਹੀ ਰਿਕੁਐਸਟ ਹੈਗੀ, ਆਈ ਡੋਨਟ ਨੋ ਬਾਕੀ ਬਾਰਬਰਸ ਦੀ ਵੀ, ਮੇਰੇ ਕੋ ਵੀ ਨਿਕਸ ਬਾਰਬਰ ਹੈਗਾ ਆ, ਲੋਟਸ ਆਫ ਪੀਪਲ ਨੋ ਦੈਟ, ਸੋ ਕਾਫੀ ਬਾਰਬਰਸ ਉੱਤੇ ਕੰਮ ਕਰ ਰਿਹਾ। ਜਿਹੜੇ ਯੰਗਸਟਰਸ ਆ ਵੇਟ ਕਰਨਾ ਲਾਈਕ ਨਹੀਂ ਕਰ ਰਹੇ, ਦੇ ਜਸਟ ਪੁਸ਼ ਦ ਡੋਰਸ, ਸਪੈਸ਼ਲੀ ਡੋਰ ਲੌਕ ਹੈ, ਸੋ ਰਿਸਪੈਕਟ ਕਰੋ, ਆਪਾਂ ਸਟਾਫ ਦੀ ਵੀ ਲੁੱਕ ਆਫਟਰ ਕਰਨੀ ਆ, ਆਪਣੀ ਵੀ ਲੁੱਕ ਆਫਟਰ ਕਰਨੀ, ਤਾਂ ਹੀ ਆਪਾਂ ਕ੍ਰਾਸ ਇਨਫੈਕਸ਼ਨ ਜਿਹੜਾ ਹੈ ਵਾਇਰਸ ਇਹਨੂੰ ਪ੍ਰੋਪਰਲੀ ਸੋਹਣਾ ਬਣਾ ਸਕਦੇ ਹਾਂ, ਤਾਂ ਹੀ ਸੋਹਣਾ ਬਣਾ ਸਕਦੇ ਹਾਂ। ਸੋ ਰਿਸਪੈਕਟ ਅਸ, ਅਦਰਵਾਈਜ਼ ਯੂ ਡੋਨਟ ਨੋ ਵਾਟ ਯੂ ਵਿਲ ਬੀ ਕਮਿੰਗ ਆਊਟ ਫਰਮ ਦ ਸੈਲਡ। ਦੈਟਸ ਇਟ, ਯੈਸ, ਸੋ ਯੂ ਗੋਟ ਟੂ ਬੀ ਰੀਲੀ ਕੇਅਰਫੁਲ। ਨਹੀਂ ਪਿਆਰ ਮੁਹੱਬਤ ਨਾਲ ਕੰਮ ਉਸੇ ਬਚਾਈ ਕੋਈ
मुड़ के कहना निक्की ने it's a fashion. I know it's a fashion, yeah. I do get like even mature ladies, you know, they come in. उधर तो वायरस है नहीं सीगा. जी. So I have a CCTV TV at the back side, so I would watch what's happening at the front. So the ladies would come, you know, they would cross the queue, they would not wait who's first, they jump on the chair, you know, they would say, oh, sheti kar, you know, I have to go to this appointment, and the lady would say, I've got like a magic stick, so I'm going to just do this, it can happen. So calm, patience are very important, please. No fairy tale stories anymore. Yeah. So no magic. Nikki पहले भी इतने वैसे wait करते ही सी अस्सी है ना, I'm not saying that, right? But we tend to wait, we are used to wait, थोड़ी जी extra wait है for our precautions, I think. इन्ना के की कहते ਕਾਫੀ ਚੀਜ਼ਾਂ ਫਾਸਟ ਹੋ ਗਈਆਂ ਪਹਿਲੇ ਜ਼ਮਾਨੇ 'ਚ ਤੁਸੀਂ ਇੱਕ ਆਈਬ੍ਰੋ ਕਰਵਾਉਣ ਜਾਣਾ ਹਾਫ ਐਨ ਆਵਰ ਟਵੀਜ਼ ਕਰਦੇ ਰਹਿੰਦੇ ਸੀ ਹੁਣ ਤਾਂ ਇੰਨਾ ਸਿਸਟਮ ਫਾਸਟ ਹੋ ਗਿਆ ਯੂ نو ਯੂ ਕੈਨ ਲਾਈਕ ਇਨ ਐਂਡ ਆਊਟ ਇਟਸ ਸੋ ਫਾਸਟ ਹਜੇ ਵੀ ਪੇਸ਼ੈਂਟ ਹੈ ਨਹੀਂ ਹੁੰਦਾ ਇੰਟਰਨੈਟ ਗੂਗਲ ਸਾਰਾ ਤੁਹਾਨੂੰ ਕਰਕੇ ਦਿੰਦਾ ਵਿਚਾਰਾ ਤੁਸੀਂ ਹੈਪੀ ਨਹੀਂ ਹੈਗੇ ਹੁਣ ਤੇ ਜਗ੍ਹਾ ਤੇ ਸਾਇਲੈਂਸ ਵੀ ਹੈਗਾ ਸੋ ਮੈਨੀ yeah that's true as well so ਨਿੱਕੀ ਜਦੋਂ ਅਸੀਂ ਮੈਨੀਕਿਉਰ ਐਂਡ ਪੈਡੀਕਿਉਰ ਕਰਾਉਣੀ ਆ ਉਹਦੇ ਵਿੱਚ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈਗੀ ਐਜ਼ ਅ ਕਸਟਮਰ ਇਸ ਵੈਲ ਐਜ਼ ਅ ਤੁਹਾਡੇ ਪੁਆਇੰਟ ਆਫ ਵਿਊ ਐਜ਼ ਅ ਪ੍ਰੋਫੈਸ਼ਨਲ ਕਿ ਦੋਵਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈਗੀ ਆ ਟਬਸ ਵਗੈਰਾ ਤੇ ਜਿਹੜੀ ਚੀਜ਼ਾਂ ਯੂਜ਼ ਹੁੰਦੀਆਂ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਥੋੜੀ ਜਿਹੀ ਦੇ ਦਿਓ ਹਾਂਜੀ ਅਗੇਨ ਵਿਦ ਮੈਨੀਕਿਉਰ ਪੈਡੀਕਿਉਰਸ ਵਿੱਚ ਸੇਮ ਚੀਜ਼ ਆ ਜਾਂਦੀ ਆ ਜਿਹੜੀ ਕਿ ਆਪਣੀ ਬਿਊਟੀ ਵਿੱਚ ਆਈ ਆ ਕਿ ਪਲੇਸ ਕਲੀਨ ਹੋਣੀ ਚਾਹੀਦੀ ਮੇਕ ਸ਼ੋਰ ਪੈਡੀਕਿਉਰ ਸਟੇਸ਼ਨ ਹੈ ਜਿਹੜਾ ਫੁੱਲੀ ਸੈਨੀਟਾਈਜ਼ਡ ਕੀਤਾ ਗਿਆ ਤੁਹਾਡੇ ਸਾਹਮਣੇ ਉਹਨੇ ਨਵੇਂ ਟੂਲਸ ਪੈਕ ਕੀਤੇ ਹੋ ਸੋ again I can give a tip for the other salons as well so we have 5 sets ਹੈਗੇ ਆ cuticle remover ਦੇ ਜਿਹੜੇ ਵੀ ਟੂਲਸ ਯੂਜ਼ ਹੁੰਦੇ ਮੈਨੀ ਉਹ ਇੱਕ ਪੈਕ ਵਿੱਚ ਜਦੋਂ ਸੈਨੀਟਾਈਜ਼ ਹੋ ਜਾਂਦੇ ਆ ਦੇ ਗੈਟ ਸਪੈਸ਼ਲੀ ਰੈਪਡ ਇਨਟੂ ਦਿਸ ਕਾਈਂਡ ਆਫ ਪੇਪਰ ਬੈਗ ਹੁੰਦਾ ਉਹ ਚ ਸੀਲਡ ਕਰ ਦਿੱਤੇ ਜਾਂਦੇ ਆ so each customer we use the tools then 5 sets hunde so then first set goes into the autoclave then the second get used so make sure they been packed and sanitized and the beautician does open in front of you then you know it's clean and for the beautician for the pedicurist is very important to check again the fever ਉਹ ਤਾਂ ਸਿੰਪਲ ਜੀਆਂ ਗੱਲਾਂ ਸਾਰਿਆਂ ਨੂੰ ਪਤਾ ਹੀ ਅੱਜ ਕੱਲ੍ਹ ਮੇਕ ਸ਼ੋਰ ਚੈੱਕ ਦ ਟੋਜ਼ ਦੇਰ ਇਜ਼ ਨੋ ਇਨਫੈਕਸ਼ਨ ਔਨ ਦ ਫੀਟਸ ਫੰਗਲਸ ਕੁਛ ਨਾ ਹੋਵੇ ਦੈਨ ਫਰੋਮ ਦੇਅਰ ਯੂ ਕੈਨ ਕੈਚ ਐਂਡ ਯੂ ਕੈਨ ਪਾਸ ਇਟ ਟੂ ਦੀ ਅਦਰ people as well so you can't really sanitize those diseases within one spray you know so it's not easy so if beautician refuse to do your pedicure just be understandable please so ਜਦੋਂ ਪੈਡੀਕਿਉਰ ਕਰਦੇ ਆ ਨਿੱਕੀ ਉਸ ਤੋਂ ਪਹਿਲਾਂ ਈਜ਼ੀ ਉਹਨਾਂ ਨੂੰ ਫਿਰ ਉਹ ਪ੍ਰੋਸੀਜਰ ਵਾਈਪ ਅਪ ਸਾਰਾ ਫੀਡ ਕਰਨਾ ਪੈਂਦਾ ਹੈਗਾ ਅਲਕੋਹਲ ਦੇ ਨਾਲ ਪਹਿਲੇ ਤਾਂ ਵੀ ਸੇਮ ਜਿੱਦਾਂ ਆਪਾਂ ਲੈਗਸ ਨੂੰ ਸੈਨੀਟਾਈਜ਼ ਕਰਦੇ ਫੇਸ ਇੱਕ ਸੈਨੀਟਾਈਜ਼ਿੰਗ ਹਾਈਜੀਨ ਸਪਰੇ ਹੁੰਦੀ ਹੈ which is ਪੈਰਾਂ ਤੇ ਪਹਿਲਾਂ ਲਗਾਈ ਜਾਂਦੀ ਹੈ before you touch anything you get that spray on your foot then you will soak in the water ਠੀਕ ਹੈ ਬਿਕੋਜ਼ ਕਈਆਂ ਨੇ ਮੈਂਸ਼ਨ ਕੀਤਾ ਕਿ ਦੇ ਜਸਟ ਟਬ ਦੇ ਵਿੱਚ ਪੈਰ ਰੱਖ ਦਿੰਦੇ ਹੈਗੇ ਆ ਸੋ ਮੈਂ ਤਾਂ ਜਾਣਨਾ ਚਾਹੁੰਦੀ ਹਾਂ ਕਿ ਇੱਕ ਸਟੈਪ ਤੁਸੀਂ ਇਹ ਪੈਡੀਕਿਉਰ ਦਾ ਦੱਸ ਦਿਓ ਬਿਕੋਜ਼ ਫੀਟ ਹੈਲਥ ਜਿਹੜੀ ਹੈਗੀ ਆ ਇਟਸ ਵੈਰੀ ਵੈਰੀ ਇੰਪੋਰਟੈਂਟ ਪਹਿਲੇ ਤਾਂ ਬਿਊਟੀਸ਼ੀਅਨ ਮੇਕ ਸ਼ੋਰ ਯੂ ਵੇਅਰ ਗਲਵਸ ਬਿਫੋਰ ਯੂ ਟੱਚ ਕਿਸੇ ਦੇ ਪੈਰਾਂ ਨੂੰ ਤੁਸੀਂ ਟੱਚ ਕਰਨਾ ਹੈ ਆਪਣੇ ਗਲਵਸ ਪਾਓ ਤੁਸੀਂ 2 ਪੈਰ ਰੱਖੋ ਮੈਂ ਤਾਂ ਕਹਿੰਦੀ ਹਾਂ ਜਿੱਦਾਂ ਜਦੋਂ ਤੁਸੀਂ ਸਕਰਬ ਵਗੈਰਾ ਕਰਦੇ ਹੋ ਗਲਵਸ ਨੂੰ ਆਫ ਕਰ ਲਓ ਦੈਨ ਹੈਵ ਅ ਨਿਊ ਪੈਰ ਸੋ ਡਿਸਪੋਜ਼ੇਬਲ ਗਲਵਸ ਇੰਨੇ ਮਹਿੰਗੇ ਨਹੀਂ ਹੁੰਦੇ ਯੂ ਕੈਨ ਬਾਏ ਅ ਬਾਕਸ ਆਫ 100 for £5 or something make sure always they are existed next door to you and that's important to clean the feet before you touch them ਪਹਿਲਾਂ ਤੁਸੀਂ ਉਹਨੂੰ ਐਗਜ਼ਾਮਿਨ ਕਰਨਾ ਜੇ ਪੈਰਾਂ ਨੂੰ ਕੋਈ ਡਿਸੀਜ਼ ਹੈਗਾ ਆ ਤੇ ਉਹਨਾਂ ਨੂੰ ਟ੍ਰੀਟ ਨਾ ਕਰੋ ਕਿ ਉਹ ਜਿਹੜੀ ਇੱਕ ਸਪਰੇ ਤੁਸੀਂ ਕਰ ਰਹੇ ਆ ਮੈਂ ਦੱਸਿਆ 2 ਸੈਕਿੰਡ ਵਿੱਚ ਉਹਨਾਂ ਨੂੰ ਤੁਸੀਂ ਡਿਸਇਨਫੈਕਟ ਨਹੀਂ ਕਰ ਸਕਦੇ ਪੈਰਾਂ ਨੂੰ ਕਰਕੇ ਉਹ ਸਮਥਿੰਗ ਐਲਸ ਉਹ ਟ੍ਰਾਂਸਫਰ ਹੋ ਸਕਦਾ ਹੈ ਡਿਸੀਜ਼ ਇੱਕ ਤੋਂ ਦੂਜੇ ਨੂੰ ਕਈ ਵਾਰੀ ਡਾਇਬੀਟੀਜ਼ ਫੀਟ ਜਿਹੜੇ ਹੁੰਦੇ ਨੇ ਨਿੱਕੀ ਉਹ ਜਿਹੜਾ ਹੁੰਦਾ ਉਹਨਾਂ ਦਾ ਥੋੜਾ ਜਿਹਾ ਵੀ ਕੱਟ ਹੋਏ ਤੇ ਤੁਸੀਂ ਤੇ ਜਾਣਦੇ ਹੋ ਕਿ ਕਾਫੀ ਵੱਡਾ ਇਨਫੈਕਸ਼ਨ ਵਗੈਰਾ ਕਾਫੀ ਲੋਕੀ ਆਪਾਂ ਚਾਈਨੀਜ਼ ਪਲੇਸ ਤੇ ਕਾਫੀ ਜਾਣ ਲੱਗ ਗਏ ਆ ਕਿ ਉਹਨਾਂ ਦੇ ਬਿਕਾਜ਼ ਦੇ ਯੂਜ਼ ਦਿਸ ਕਾਈਂਡ ਆਫ ਬਲੇਡਸ ਟੂ ਟੇਕ ਦ ਡੈਡ ਸਕਿਨ ਆਫ ਐਕਚੁਅਲੀ ਜਿਹੜੇ ਕਿਊਟੀਕਲਸ ਤੁਸੀਂ ਬਲੇਡ ਯੂਜ਼ ਕਰ ਰਹੇ ਹੋ ਉਹ ਐਕਟੀਵੇਟ ਕਰ ਰਿਹਾ ਤੁਹਾਡੀ ਕਿਊਟੀਕਲਸ ਨੂੰ ਜਿਹੜੀ ਵੀ ਤੁਸੀਂ ਜ਼ਿਆਦਾ ਸਕਿਨ ਨੂੰ ਸੋ ਆਈ ਵੁੱਡ ਸੇ ਅਵੋਇਡ ਦ ਬਲੇਡਸ ਕੋਈ ਵੀ ਸਾਲੋਨ ਬਲੇਡ ਯੂਜ਼ ਕਰ ਰਿਹਾ ਅਵੋਇਡ ਕਰੋ ਉਹਨਾਂ ਨੂੰ ਬਿਕਾਜ਼ ਉਹ ਐਕਟੀਵੇਟ ਕਰ ਰਿਹਾ ਕਿਊਟੀਕਲ ਦੇ ਗੈਟਸ ਮੋਰ ਹਾਰਡ ਆ so there is lots of other pedicures electric filers bhi hun aaya there's good stuff out there to pedicure to take the dead skin off you know so you don't have to use a blade and avoid definitely with the diabetic kise de kol hegi hai
ਜਾਂ ਕਾਫੀ ਏਜਡ ਪੀਪਲ ਆ, ਸੋ ਆਈ ਵੁੱਡ ਸੇ ਅਵੋਇਡ ਬਲੇਡ, stay away from them. ਓਕੇ ਸੋ ਮੇਕ ਸ਼ੋਰ ਕਰਨਾ ਕਿ ਜਦੋਂ ਤੁਸੀਂ ਪੈਡੀਕਿਉਰ ਸਪੈਸ਼ਲੀ ਕਰਾਉਂਦੇ ਹੋ ਉਹਦੇ ਵਿੱਚ ਤੁਹਾਡੀ ਹੈਲਥ ਕੰਡੀਸ਼ਨ ਤੇ ਵੀ ਨਜ਼ਰ ਪਾਣੀ ਚਾਹੀਦੀ ਹੈ ਕਿ ਤੁਹਾਨੂੰ ਡਾਇਬੀਟੀਜ਼ ਹੈ ਜਾਂ ਕੋਈ ਕੱਟ ਵਗੈਰਾ, ਤੇ ਤੁਸੀਂ ਸਾਇਲੈਂਟ ਉੱਥੇ ਨਾ ਹੀ ਜਾਓ ਤੇ ਵਧੀਆ ਹੈਗਾ ਸੈਲੂਨ। ਹਾਂਜੀ, ਜੇ ਕਿਤੇ ਅਗਰ ਫੋਰ ਐਗਜ਼ਾਮਪਲ ਕਈ ਵਾਰ ਆਪਾਂ ਹੁਣ ਕਿਊਟੀਕਲ ਟ੍ਰਿਮਰ, ਕਈ ਹੁਣ ਕਲਾਇੰਟਸ ਦੇ ਡੋਂਟ ਲਾਈਕ ਨਾਟ ਟੂ ਡੂ ਇਟ, ਸੋ ਦੇ ਵਾਂਟ ਯੂ ਟੂ ਡੂ ਇਟ. So a couple of in cases salon te aaye they want you to cut the cuticles, otherwise they would not have it done. They need to go to foot clinic. Foot clinic ਜਿਹੜਾ ਸਪੈਸ਼ਲ ਕਲੀਨਿਕ ਹੁੰਦਾ ਜਿੱਥੇ ਤੁਹਾਡੀ ਪੈਰਾਂ ਦੀ ਪੂਰੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ। ਅਗਰ ਮੈਂਸ਼ਨ ਕੀਤਾ ਐਜ਼ ਨਿੱਕੀ ਨੇ ਜੋ ਕਿ ਅਗਰ ਉਹਨਾਂ ਨੇ ਮਨਾ ਕੀਤਾ ਤੁਹਾਨੂੰ ਸੈਲੂਨ ਵਾਲਿਆਂ ਨੇ ਵੀ ਨਹੀਂ ਤੁਸੀਂ ਆਪਣੀ ਪੈਡੀਕਿਉਰ ਸਾਡੇ ਕੋਲੋਂ ਨਹੀਂ ਕਰਵਾ ਸਕਦੇ, ਤੇ ਦੇਰ ਇਜ਼ ਅ ਵੈਰੀ ਬਿਗ ਰੀਜ਼ਨ ਫॉर दैट, ਬਿਕੋਜ਼ ਉਹ ਕੁਆਲੀਫਾਈਡ ਇਹਦੇ ਵਿੱਚ ਨਹੀਂ ਹੈ ਕਿ ਤੁਹਾਡਾ ਸਹੀ ਤਰ੍ਹਾਂ ਦੇ ਨਾਲ ਉਪਚਾਰ ਕਰ ਸਕਣ। ਜਾਂ ਹਾਂਜੀ ਇੱਕ ਜਦੋਂ ਇੱਕ ਬਲੀਡਿੰਗ ਸਟਾਰਟ ਹੋ ਜਾਂਦੀ ਕਿਤੇ, ਫਿਰ ਵੀ ਤੁਸੀਂ ਯੂ نو ਸਪਿਟਸ ਵਗੈਰਾ ਮੇਕ ਸ਼ੋਰ ਕੀਪ ਦੈਮ ਐਨੀਵੇ ਇਨ ਕੇਸ ਐਜ਼ ਡਾਇਬੀਟਿਕ ਕਿਸੇ ਹੋਰ ਰੀਜ਼ਨ ਕਰਕੇ ਵੀ ਬਲੀਡਿੰਗ ਸਟਾਰਟ ਹੋ ਸਕਦੀ। ਨੇਲ ਵੀ ਥੋੜਾ ਕਲੋਜ਼ ਐਂਡ ਦੇਰ ਨੇਲਸ ਟ੍ਰਿਮ ਕਰਨੇ ਉਹ ਬਹੁਤ ਇੰਪੋਰਟੈਂਟ ਹੈ। ਕਾਫੀ ਬਿਊਟੀਸ਼ੀਅਨਸ ਐਂਡ ਕਾਫੀ ਕਸਟਮਰਸ ਵੀ ਕਹਿੰਦੇ ਆ ਕਿ ਕਾਫੀ ਡੂੰਘੇ ਨੋ ਕੱਟ ਦਿਓ ਮੇਰੇ, ਕਿ ਮੇਰੇ ਛੇਤੀ ਗਰੋ ਨਾ ਹੋਣ, ਵਿਚ ਇਜ਼ ਵੈਰੀ ਰੋਂਗ. So make sure they get only cut to the points where they're leveling up your toe skin. So it shouldn't go too far. So files ਵੀ ਕਈ ਕਰਵਾਉਂਦੇ ਕਿ ਸਾਡੇ files ਵੀ ਕਰ ਦੋ। ਹਾਂਜੀ, ਬਾਲ deep even toe trim nails, make sure they level up to your skin, so not too deep cut, that can damage your nail as well. Ingrown nail ਹੋ ਸਕਦੇ, ਉਹਦੇ ਨਾਲ ਕਾਫੀ ਸੋ ਵੀ ਹੋ ਸਕਦਾ, you know, so that's very important. So pedicure ਦੇ ਵਿੱਚ ਬਹੁਤ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈਗੀ ਹੈ। ਇਹਨਾਂ pedicure ਦੇ ਵਿੱਚ ਵੀ ਹੈਗੀ ਹੈ, manicure ਦੇ ਵਿੱਚ ਵੀ ਹੈਗੀ ਹੈ। So it's a combination ਕਿ similar ਨੇ but ਪੈਰਾਂ ਦਾ ਥੋੜਾ ਜਿਹਾ ਜ਼ਿਆਦਾ ਪਰਹੇਜ਼, ਕਿਉਂਕਿ ਇਨਫੈਕਸ਼ਨ ਜਿਹੜਾ ਪੈਰਾਂ ਤੋਂ ਚੜ ਕੇ ਸਾਡੇ ਸਰੀਰ ਵੱਲ ਜ਼ਿਆਦਾ ਚੱਲਦਾ ਹੈਗਾ। ਸੋ ਦੈਟਸ ਵਾਈ ਇਟਸ ਵੈਰੀ ਇੰਪੋਰਟੈਂਟ। ਸੋ ਕਰਾਂਗੇ ਗੱਲ ਹੁਣ ਲੇਜ਼ਰ ਟ੍ਰੀਟਮੈਂਟ ਦੀ ਥੋੜੀ ਜਿਹੀ। ਟੈਲ ਮੀ ਲਿਟਲ ਬਿਟ ਮੋਰ ਅਬਾਊਟ ਲੇਜ਼ਰ ਟ੍ਰੀਟਮੈਂਟ। ਜਦੋਂ ਟ੍ਰੀਟਮੈਂਟ ਕਰਾਉਣੀ ਆ ਉਹਦੇ ਵਿੱਚ ਕੀ ਸਾਨੂੰ ਦੇਖਣ ਦੀ ਲੋੜ ਹੈਗੀ ਹੈ ਨਿੱਕੀ ਜਦੋਂ ਕੋਈ ਟ੍ਰੀਟਮੈਂਟ ਲਈ ਹੁਣ ਜਾਏ? ਸੋ ਮੰਨ ਲਓ ਮੰਡੇ ਕਿਸੇ ਨੇ ਆਣਾ, ਆਲਰੇਡੀ ਬੁੱਕ ਤਾਂ ਹੋਈ ਆ ਅਪਾਇੰਟਮੈਂਟ, ਸੋ ਕੀ ਤੁਹਾਡੇ ਸੈਲਨ ਦੇ ਵਿੱਚ ਜ਼ਰੂਰੀ ਹੈ ਹੋਣਾ? ਜ਼ਰੂਰੀ ਹੈ ਲੇਜ਼ਰ ਟੋਲੀ, ਬਾਕੀ ਬਿਊਟੀਸ਼ੀਅਨ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਵੈਕਸਿੰਗ ਲਈ ਯੂਜ਼ ਕੀਤਾ, ਸਿਮਿਲਰ ਚੀਜ਼ਾਂ ਹੁੰਦੀਆਂ, ਪਰ ਅਗੇਨ ਜਿਹੜਾ ਲੇਜ਼ਰ ਹੈ ਉਸ ਵਿੱਚ ਤੁਹਾਨੂੰ ਕੰਸਲਟੇਸ਼ਨ ਕਰਨਾ ਪੈਂਦਾ ਪਹਿਲਾਂ। ਮੇਕ ਸ਼ੋਰ ਦ ਪੈਚਸ ਇਜ਼ ਡਨ ਐਂਡ ਅਗੇਨ ਜਿਹੜਾ ਲੇਜ਼ਰ ਦਾ ਹੈਡ ਹੁੰਦਾ ਹੈ ਉਹਨੂੰ ਤੁਸੀਂ ਸੈਨੀਟਾਈਜ਼ ਸਪਰੇ ਮੇਕ ਸ਼ੋਰ ਇਜ਼ ਕਲੀਨ ਐਵਰੀ ਸਿੰਗਲ ਯੂਜ਼। ਐਂਡ ਲੇਜ਼ਰ ਵਿੱਚ ਹੋਰ ਬਹੁਤ ਚੀਜ਼ਾਂ ਦੇਖੀਆਂ ਗਈਆਂ, ਕਾਫੀ ਇੱਕ ਦੋ ਚੀਜ਼ਾਂ ਮੈਂ ਸ਼ੇਅਰ ਕਰ ਸਕਦੀ ਹਾਂ। ਹਾਂਜੀ, ਯੂ ਆਰ ਮੋਸਟ ਵੈਲਕਮ। ਕਾਫੀ ਏਜ ਲੇਡੀਜ਼ ਹੈਗੀਆਂ, ਉਹਨਾਂ ਦੇ ਕਾਫੀ ਗ੍ਰੇ ਵਾਲ ਆਏ ਹੋ ਆ ਹੁਣ। ਕਾਫੀ ਜਿਹੜੇ ਲੇਜ਼ਰ ਆ ਉਹ ਗ੍ਰੇ ਵਾਲਾਂ ਨੂੰ ਨਹੀਂ ਟ੍ਰੀਟ ਕਰਦਾ ਹੈ, ਕਾਫੀ ਪੈਸੇ ਵੇਸਟ ਕਰ ਚੁੱਕੇ ਆ। ਦੈਨ ਉਹ ਮੇਰੇ ਕੋਲ ਆਉਂਦੇ ਆ ਕਿ ਨਿੱਕੀ ਇੱਦਾਂ ਵੀ ਮੈਂ ਉੱਥੇ ਸੈਟ ਆਫ ਟ੍ਰੀਟਮੈਂਟ ਦੇ ਪੇ ਕਰ ਦਿੱਤੇ, ਮੇਰੇ ਵਾਲ ਨਹੀਂ ਸਟਾਪ ਹੋਏ। ਸੋ ਮੇਕ ਸ਼ੋਰ ਯੂ ਗੋ ਟੂ ਦ ਰਾਈਟ ਪਰਸਨ ਹੂ ਨੋਜ਼ ਕਿ ਲੇਜ਼ਰ ਸਾਰਿਆਂ ਲਈ ਕੰਮ ਨਹੀਂ ਕਰਦਾ। ਉਹ ਇੱਕ ਓਨੈਸਟ ਬੰਦੇ ਕੋਲ ਜਾਓਗੇ ਜਿਹੜਾ ਤੁਹਾਨੂੰ ਰਿਪ ਆਫ ਨਾ ਕਰੇ, ਤੁਹਾਨੂੰ ਓਨੈਸਟ ਓਪੀਨੀਅਨ ਦੇਵੇ ਕਿ ਇਹ ਤੁਹਾਡੇ ਲਈ ਵਰਕ ਕਰਨਾ ਹੈ ਜਾਂ ਨਹੀਂ ਵਰਕ ਕਰਨਾ। ਸੋ ਕਿ ਜਿਨ੍ਹਾਂ ਦੇ ਗ੍ਰੇ ਵਾਲ ਹੋਣ ਇਟ ਡਸਨਟ ਵਰਕ ਔਨ? ਇਟ ਡਸਨਟ ਵਰਕ। ਕਾਫੀ ਹੁਣ ਇੱਕ ਨਿਊ ਕਰੀਮਸ ਵਗੈਰਾ ਚੱਲ ਪਈਆਂ, ਤੁਸੀਂ ਲਗਾਉਂਦੇ ਆ। ਕੂਲ ਲੇਜ਼ਰ ਵੀ ਹੁਣ ਆ ਗਿਆ। ਤਾਂ ਫੇਰ ਵੀ ਜਿਹੜੇ ਰਸ਼ੀਅਨ ਰੈਡ ਵਾਲ ਆ ਜਾਂ ਕਾਫੀ ਲਾਈਟ, ਜੇ ਤੁਹਾਡੇ ਕਾਫੀ ਫੇਅਰ ਵਾਲ ਆ ਨਾ ਸਕਿਨ ਤੇ, ਇਟ ਡਜ਼ ਨੋਟ ਡਿਸਅਪੀਅਰ ਫੋਰਐਵਰ। ਜੇ ਤੁਹਾਡੇ ਕੋਲ ਕਾਫੀ ਥਿਕ ਬਲੈਕ ਬਾਲ ਹੈਗੇ ਆ ਦੈਨ ਇਜ਼ ਵਰਥ ਗੋਇੰਗ ਫॉर ਲੇਜ਼ਰ। ਅਦਰਵਾਈਜ਼ ਤੁਸੀਂ ਆਪਣੀ ਵੈਕਸਿੰਗ ਜਿਹੜੇ ਉੱਤੇ ਕੈਰੀ ਔਨ ਕਰੋ, ਡੋਂਟ ਵੇਸਟ ਯੋਰ ਮਨੀ ਔਨ ਦੈਟ। ਬਿਕੋਜ਼ ਅ ਸਰਟਨ ਟਾਈਮ ਜਿਹੜੀ ਐਡਵਰਟਾਈਜ਼ ਵੀ ਇੰਨੀ ਕੀ ਕੀਤੀ ਜਾਂਦੀ ਹੈ, ਸਰਟਨ ਤੁਸੀਂ ਸੈਸ਼ਨ ਲਓ, ਯੂ ਆਰ ਹੇਅਰ ਫ੍ਰੀ ਐਂਡ ਆਲ ਦੈਟ। ਸੋ ਕਦੀ ਵੀ ਤੁਸੀਂ ਹੈਅਰ ਫ੍ਰੀ ਨਹੀਂ ਹੁੰਦੇ। ਲੇਜ਼ਰ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਆ ਇਸ ਹੈਅਰ ਰਿਡਕਸ਼ਨ, ਕਿ ਆਪਾਂ ਆਪਣੀ ਬੋਡੀ ਕੌਂਸਟਲੀ ਨਵੇਂ ਵਾਲਾਂ ਨੂੰ ਪੈਦਾ ਕਰਦੀ ਆ। ਸੋ ਆਪਣੇ ਨਵੇਂ ਵਾਲ ਆਉਂਦੇ ਆ, ਨਿਊ ਗਰੋਥ ਇਜ਼ ਦੇਅਰ। ਸੋ ਜੇ ਤੁਹਾਡੇ ਹੁਣ ਲੇਜ਼ਰ, ਦੈਟਸ ਵਾਈ ਯੂ ਹੈਜ਼ ਟੂ ਹੈਵ ਟੌਪ ਅਪ ਐਵਰੀ ਕਪਲ ਆਫ ਈਅਰਸ। ਜੇ ਤੁਹਾਡੇ ਹੁਣ ਵਾਲ ਇੱਕਦਮ ਸਟਾਪ ਵੀ ਹੋ ਗਏ, ਯੂ ਵਿਲ ਹੈਵ ਅ ਨਿਊ ਗਰੋਥ। ਦੇ ਵੋਂਟ ਬੀ ਦੈਟ ਥਿਕ, ਦੇ ਮੇ ਬੀ ਫਾਈਨ, ਬਟ ਯੂ ਵਿਲ ਗੈਟ ਨਿਊ ਗਰੋਥ। ਇਟਸ ਗੋਇੰ ਟੂ ਬੀ ਦੇਅਰ। ਸੋ ਇਟਸ ਨੋਟ ਸਮਥਿੰਗ ਯੂ ਕੈਨ ਫਿਕਸ ਪਰਮਾਨੈਂਟ। ਸੋ ਇਟਸ ਨੋਟ ਪਰਮਾਨੈਂਟ ਜਿਹੜਾ ਕਿ ਇਟਸ ਅ ਹੈਅਰ ਰਿਡਕਸ਼ਨ। ਸੇ ਜੇ ਤੁਹਾਨੂੰ ਕੋਈ ਕਹਿੰਦਾ ਹੈ ਕਿ ਪਰਮਾਨੈਂਟ ਹੈਅਰ ਰਿਮੂਵਲ ਹੈ, ਦੈਟਸ ਰੋਂਗ ਐਡਵਰਟਾਈਜ਼ਮੈਂਟ। ਸੋ ਐਡਵਰਟਾਈਜ਼ ਤੇ ਇਦਾਂ ਹੀ ਆਉਂਦੀ ਹੈ ਵੀ ਹੇਅਰ ਫ੍ਰੀ ਵਿਦਿਨ 6 ਸੈਸ਼ਨ ਔਰ 8 ਸੈਸ਼ਨ ਯੂ ਵਿਲ ਬੀ ਹੈਅਰ ਫ੍ਰੀ, ਪਰ ਯੋਰ ਬੋਡੀ ਆਪਾਂ ਹੁਣ ਮਲਟੀਵਿਟਾਮਿਨਸ ਖਾਂਦੇ ਆ, ਆਇਰਨ ਟੈਬਲੇਟਸ ਲੈ, ਕੁਝ ਵੀ ਆਪਾਂ ਯੂ ਨੋ ਹੁਣ ਹੈਲਥੀ ਆ ਸਾਰੇ, ਯੂ ਨੋ ਵੀ ਹੈਵ ਲੋਟਸ ਆਫ ਥਿੰਗਸ ਦੈਟ ਵੀ ਕੈਨ ਫਾਈਂਡ ਐਂਡ ਸੋ ਆਵਰ ਬੋਡੀ ਪ੍ਰੋਡਿਊਸ ਨਿਊ ਹੈਅਰਸ। ਇਟਸ ਗੁੱਡ ਥਿੰਗ ਕਿ ਆਪਾਂ ਹੈਲਥੀ ਆ, ਤਾਂ ਹੀ ਨਹੀਂ ਤਾਂ ਆਪਾਂ ਗੰਜੇ ਹੋਵਾਂਗੇ। ਸੌਰੀ। ਸੋ ਲੇਜ਼ਰ ਗ੍ਰੇ ਵਾਲਾਂ ਨੂੰ ਤੁਸੀਂ ਉਹਨਾਂ ਨੂੰ ਵੀ ਹਟਾ ਸਕਦੇ ਆ। ਇੱਕ ਹੋਰ ਟ੍ਰੀਟਮੈਂਟ ਹੈਗਾ, ਆਪਾਂ ਉਹਨੂੰ ਕਹਿੰਦੇ ਇਲੈਕਟ੍ਰੋਲਿਸਿਸ।
ਜੀ ਪਹਿਲੇ ਜ਼ਮਾਨੇ 'ਚ ਕਾਫੀ ਫੇਮਸ ਸੀ ਇਲੈਕਟ੍ਰੋਲਿਸਿਸ। ਹੁਣ ਜਦੋਂ ਦਾ ਲੇਜ਼ਰ ਆਇਆ ਹੋਇਆ ਇਲੈਕਟ੍ਰੋਲਿਸਿਸ ਕਾਫੀ ਪਿੱਛੇ ਪੈ ਗਿਆ, ਕਾਫੀ ਲੋਕਾਂ ਨੂੰ ਨਹੀਂ ਹੁਣ ਉਹਦੇ ਬਾਰੇ ਪਤਾ ਹੈਗਾ। ਪਰ ਤੁਸੀਂ ਜੇ ਤੁਹਾਨੂੰ ਲੱਭ ਸਕਦੇ ਆ ਕੋਈ ਇਲੈਕਟ੍ਰੋਲਿਸਿਸ ਕਲੀਨਿਕ, ਤੁਸੀਂ ਜੇ ਗਰੇ ਵਾਲ ਉਹਨਾਂ ਨੂੰ ਟ੍ਰੀਟ ਕਰ ਸਕਦੇ ਹੋ। ਇਕੱਲਾ ਇੱਕ ਬਾਲ ਟ੍ਰੀਟ ਹੁੰਦਾ, ਥੋੜਾ ਲੌਂਗ ਟਾਈਮ ਲੱਗਦਾ ਟ੍ਰੀਟਮੈਂਟ ਵਿੱਚ, ਪਰ ਇਟ ਡਜ਼ ਵਰਕ ਔਨ ਗ੍ਰੇ ਹੈयर। ਓਕੇ ਸੋ ਹੋਰ ਕਿਹੜੇ ਪ੍ਰੀਕਾਸ਼ਨਸ ਵਗੈਰਾ ਲੇਜ਼ਰ ਟ੍ਰੀਟਮੈਂਟ ਦੇ ਲਈ ਐਜ਼ ਅ ਕਲਾਇੰਟ ਨੂੰ ਲੈਣੇ ਚਾਹੀਦੇ ਆ? Basically, if you having treatment done, do not go for waxing or threading between. You can shave it. ਕਾਫੀ client shave ਨਹੀਂ ਕਰਦੇ between, ਕਹਿੰਦੇ ਉਹ ਮੈਂ shave ਕੀਤਾ ਤੇ ਮੇਰੇ ਵਾਲ ਤਾਂ ਬਹੁਤ ਮੋਟੇ ਹੋ ਜਾਣੇ ਆ। That's not the case। ਜਿਹੜੀ shave ਹੈ ਨਾ ਤੁਹਾਡੇ ਵਾਲਾਂ ਨੂੰ ਐਕਟੀਵੇਟ ਕਰਦੀ ਹੈ, ਕਿ ਤੁਸੀਂ ਆਪਣੇ 6 ਸੈਸ਼ਨ ਦੇ ਪੇ ਕੀਤੇ ਹੋ ਆ ਜੀ। ਤੁਹਾਡੇ ਵਾਲ ਹੁਣ ਐਕਟੀਵੇਟ ਹੋਊਗੇ ਤੇ ਉਹ ਬਾਹਰ ਆਉਗੇ, ਫਿਰ ਉਹਨੂੰ ਜੈਬ ਕਰੂਗਾ ਜਿਹੜਾ ਤੁਹਾਡਾ ਲੇਜ਼ਰ ਆ। That's why they ask you to do shaving। ਜੇ ਹੁਣ ਤੁਸੀਂ ਬਿਟਵੀਨ ਵੈਕਸਿੰਗ ਜਾਂ ਥ੍ਰੈਡਿੰਗ ਕਰਵਾ ਲਈ, ਤੁਹਾਡੇ ਵਾਲ ਹਿਡਨ ਹੋਊਗਾ, ਤੁਹਾਡਾ ਜਿਹੜਾ ਟ੍ਰੀਟਮੈਂਟ ਉਹ ਵੇਸਟ ਜਾਊਗਾ। Okay. ਬਾਲ ਤੁਸੀਂ so you have to have the you know ਜਿਹੜੇ spiky hair ਕਹਿ ਲਓ, you have to feel them, you have to feel that ਕਹਿੰਦੇ you know you have to catch the rat, you know ਕੁਛ ਹੈ ਹੀ ਨਹੀਂ, you can't catch it, you know, they have to come out, so we need to bring them out, you know much you can। ਪਰ ਜਦੋਂ ਤੁਹਾਡੇ 6 ਇੱਕ ਹੋਰ ਟ੍ਰੀਟ ਹੈ, ਜਦੋਂ ਤੁਹਾਡਾ ਟ੍ਰੀਟਮੈਂਟ ਫਿਨਿਸ਼ ਹੋ ਗਿਆ 6 ਟ੍ਰੀਟਮੈਂਟ, ਉਸ ਤੋਂ ਬਾਅਦ ਵੀ ਤੁਸੀਂ ਸ਼ੇਵਸ ਕੈਰੀ ਔਨ ਕਰਦੇ ਹੋ, ਉਹ ਨਾ ਕਰੋ ਤੁਸੀਂ। ਉਸ ਤੋਂ ਬਾਅਦ ਆਪਣਾ ਜਿਹੜਾ ਵੀ ਤੁਸੀਂ ਟ੍ਰੀਟਮੈਂਟ ਪਿਕ ਕਰਨਾ ਕਰ ਲਓ, ਵੈਕਸ ਜਾਂ ਥ੍ਰੈਡਿੰਗ। ਜੋ ਤੁਹਾਡਾ ਟ੍ਰੀਟਮੈਂਟ ਫਿਨਿਸ਼ ਹੋ ਗਿਆ, ਜੇ 1-2 ਬਾਲ ਆਉਂਦੇ ਆ ਉਹਨਾਂ ਨੂੰ ਤੁਸੀਂ ਟ੍ਰੀਟ ਕਰ ਸਕਦੇ ਆ। ਯਾ ਠੀਕ ਹੈ। ਸੋ ਉਸ ਤੋਂ ਬਾਅਦ ਟ੍ਰੀਟਮੈਂਟ ਜਾਰੀ ਰਹੇਗੀ ਐਕਚੁਅਲੀ। ਸੋ ਇਟਸ ਇਟ ਲਾਈਫ ਟਾਈਮ ਲੌਂਗ ਦੈਨ ਆਫਟਰ ਲਾਈਕ ਸਰਟਨ ਟਾਈਮ ਫਿਰ ਤੁਹਾਨੂੰ ਟ੍ਰੀਟਮੈਂਟ ਜਿਹੜਾ ਸੈਸ਼ਨ ਦੁਬਾਰਾ ਲੈਣਾ ਪੈਂਦਾ? ਮਿਨੀਮਮ 3 ਵੀਕਸ ਹੁੰਦੇ ਆ, ਯੂ ਕੈਨ ਗੋ ਅਪ ਟੂ 6 ਵੀਕਸ। ਓਕੇ ਹਾਂ ਤੁਸੀਂ ਐਵਰੀ 6 ਮੰਥ ਵੀ ਕਹੀ it's quite expensive treatment, isn't it? It depends, it's expensive, not it's cheaper than waxing। ਜੇ ਤੁਸੀਂ ਹੁਣ I would say ਜੇ ਤੁਹਾਡੇ ਕੋਲ ਥਿਕ ਬਾਲ ਹੈ, ਤੁਸੀਂ ਉਹਨਾਂ ਨੂੰ ਤੁਹਾਨੂੰ ਟਰਬਲ ਕਰ ਰਹੇ ਆ ਜੀ, I will go for you know laser yeah। So full body better है कि as a you know where you feel it's depend if it's like that, as I said, if ਤੁਹਾਡੇ ਕੋਲ ਬਾਲਾਂ ਦੀ ਪ੍ਰੋਬਲਮ ਹੈਗੀ ਆ, go for laser is more long lasting। ਤੁਹਾਨੂੰ ਸੇਮ ਹੀ full body waxing ਵੀ ਹੁਣ 88 pound to 100 pound depend ਹੁਣ I'm sitting in Birmingham studio, I'm from Leamington, ਤੇ ਸਾਡੇ ਰੇਟਸ ਹੈਗੇ ਆ ਜਿੱਥੇ full body 90 ਜਾਂ 100 pound ਦੇ ਲਾਗੇ ਕੰਮ ਪਹੁੰਚ ਜਾਂਦਾ ਆ। ਸੋ ਜੇ ਤੁਸੀਂ ਉਹ 'ਚ ਜੇ ਤੁਸੀਂ ਐਵਰੀ 3 ਵੀਕਸ ਵੈਕਸਿੰਗ ਵੀ ਕਰਵਾਉਂਦੇ ਆ, ਦੈਨ ਚੀਪਰ ਟੂ ਹੈਵ ਅ ਲੇਜ਼ਰ ਡਨ। ਪਰ ਜੇ ਤੁਸੀਂ ਅਫੋਰਡ ਕਰ ਸਕਦੇ ਆ ਤਾਂ ਸੋ ਇਹਦੇ ਵਿੱਚ ਕੋਈ ਯੂ ਨੋ ਜੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਕਹਿ ਰਹੇ ਹੋ ਡਨ ਵੈਕਸਿੰਗ, ਕੋਈ ਗੱਲ। ਐਂਡ ਇੱਕ ਗੱਲ ਹੋਰ ਮੈਂ ਕਹਿ ਰਹੀ ਹਾਂ ਕਿ ਤੁਸੀਂ ਕਾਫੀ ਲੇਡੀਜ਼ ਕਾਫੀ ਬੰਦਿਆਂ ਤੋਂ ਹਾਈਡ ਕਰਦੀਆਂ ਕਿ ਮੇਰੇ ਬਾਲ ਨਾ ਹੋਵੇ, ਯੂ ਨੋ ਜਿਹੜੇ ਬੰਦੇ ਆ ਨਾ ਸੌਰੀ ਜਿਹੜੇ ਮੇਲਸ ਆ ਮੇਰੇ ਵੀ ਇੰਨਾ ਨੋਟਿਸ ਨਹੀਂ ਕਰਦੇ ਕਿ ਜਿੰਨਾ ਕਿ ਲੇਡੀਜ਼ ਆਪਾਂ ਨੋਟਿਸ ਕਰ ਰਹੀਆਂ ਆ। ਸੋ ਲਿਵ ਲਾਈਫ ਫॉर ਫ੍ਰੀ ਹੈ ਨਾ ਥੋੜਾ ਜਿਹਾ, ਯੂ ਨੋ ਫਿਰ ਕੀ ਹੈ ਮੁੱਛਾਂ ਰੱਬ ਦੀ ਫਿਰ ਕੀ ਹੋਇਆ, ਰੱਬ ਦਾ ਗੋਡ ਗਿਫਟ ਹੈ, ਯੂ ਨੋ। ਸੋ ਜਸਟ ਲਾਈਕ ਲੈਟ ਇਟ ਆਊਟ। and ਜੇ ਕੋਈ ਟ੍ਰੀਟਮੈਂਟ ਅਫੋਰਡ ਕਰ ਸਕਦੇ ਕਰਾ ਲਓ, ਜੇ ਨਹੀਂ ਵੀ ਅਫੋਰਡ ਕਰ ਸਕਦੇ ਤਾਂ ਵੀ ਯੂ ਨੋ ਵੀ ਆਲ ਆਰ ਬਿਊਟੀਫੁਲ। yeah natural it's a natural we all naturally what we are isn't it? ਭਾਵੇਂ ਵਾਲ ਹੋਣ ਜਾਂ ਨਾ ਹੋਣ, it's a part of ਕਾਫੀ ਐਕਸਪੀਰੀਅੰਸ ਹੋਇਆ ਮੇਰੇ ਕੋ। ਕਾਫੀ ਯੰਗਸਟਰ ਆਉਂਦੇ ਆ ਫੁੱਲ ਬੋਡੀ ਵੈਕਸਿੰਗ ਕਰਾ ਕੇ ਜਾਂਦੇ, ਦੈਨ ਨੈਕਸਟ ਵਿਜ਼ਿਟ ਤੇ ਆਉਂਦੇ ਆ, ਦੈਨ ਦੇ would have my colleague or you know ਮੇਰੇ ਤੇ partner ਤੇ cancel ਹੀ ਕਰਤਾ ਸੀ, he didn't come, so that's why I mentioned don't do it for yourself, you know you know okay. Oh my God. Okay, that's fine. So you know I forgot my question what I'm going to ask you. Sorry. It's okay. Condition of client ਦੀ skin ਜ਼ਰੂਰੀ ਹੈ ਹੈ ਨਾ। ਤੁਸੀਂ ਫਿਰ ਜਦੋਂ ਦੇਖਦੇ ਹੋ ਕੰਡੀਸ਼ਨ ਸਕਿਨ ਦੀ, ਇੱਕ ਤੁਸੀਂ ਇੱਥੇ ਮੈਨੂੰ ਰਿਮਾਈਂਡ ਕਰਾਤਾ ਜਦੋਂ ਤੁਸੀਂ ਲੇਜ਼ਰ ਕਰਾਇਆ ਫੋਰ ਐਗਜ਼ਾਮਪਲ ਤੁਸੀਂ ਹੌਟ ਕੰਟਰੀ 'ਚ ਹੌਲੀਡੇ ਜਾ ਕੇ ਆਏ ਆ, ਤੁਹਾਡੀ ਤੁਸੀਂ ਆਲਰੇਡੀ ਕੰਸਲਟੇਸ਼ਨ ਕੀਤਾ ਹੋਇਆ, ਤੁਹਾਡੇ ਆਲਰੇਡੀ 2 ਟ੍ਰੀਟਮੈਂਟ ਹੋ ਗਏ ਆ ਜੀ। ਦੇਰ ਡਿਫਰੈਂਟ ਟਾਈਪ ਆਫ ਸਕਿਨਸ ਹੁੰਦੀਆਂ, ਟਾਈਪ 1 ਟਾਈਪ 2 ਟਾਈਪ 3। ਜਦੋਂ ਆਪਾਂ ਹੌਲੀਡੇ ਜਾਂਦੇ ਆ ਆਪਣੀ ਸਕਿਨ ਟੈਨਿੰਗ ਹੋ ਜਾਂਦੀ ਹੈ ਜੀ। ਸੋ ਨੈਚੁਰਲੀ ਆਪਣਾ ਜਿਹੜਾ ਸਕਿਨ ਦੀ ਟੋਨ ਆ ਉਹ ਡਿਫਰੈਂਟ ਹੋਊਗੀ। ਜੇ ਆਪਾਂ ਗੋ ਫॉर ਦ ਸੇਮ ਸੈਟਿੰਗ ਯੂ ਵਿਲ ਬਰਨ ਯੂਰ skin. I'd rather wait for 3-4 weeks skin to go back to normal, or let your laserist know that you've been on a holiday, your skin may be darker than what you had before, so they will use different setting so you avoid burning your skin.
ਓਕੇ ਸੋ ਇਹ ਗੱਲ ਦਾ ਧਿਆਨ ਰੱਖਣਾ ਤਾਂ ਬਹੁਤ ਜ਼ਰੂਰੀ ਹੈ Yeah. ਫਿਲਹਾਲ ਤੇ ਨਾਟ ਮੈਨੀ ਪੀਪਲ ਗੋਇੰਗ ਅਬਰੋਡ ਸਪੈਸ਼ਲੀ ਹੈ ਨਾ ਬਟ ਫਿਰ ਵੀ ਕਿ ਵੀ ਡੋਨਟ ਨੋ ਵਾਟਸ ਗੋਇੰ ਟੂ ਬੀ ਹੈਪਨਿੰਗ What's gonna be ਕਮਿੰਗ happening, ਫਿਊਚਰ ਸੋ ਇੱਕ ਹੋਰ ਟਿਪਸ ਨਿੱਕੀ ਨੇ ਸਾਨੂੰ ਐਕਸਟਰਾ ਦਿੱਤੀ ਹੈ ਥੈਂਕ ਯੂ ਸੋ ਮਚ ਨਿੱਕੀ ਮਾਈ ਪਲੇਜ਼ਰ ਸੋ ਚੱਲਾਂਗੇ ਹੁਣ ਥੋੜਾ ਜਿਹਾ ਹੋਰ ਜਾਣਨਾ ਚਾਹਾਂਗੇ ਰਿਕੁਆਇਰਮੈਂਟ ਐਂਡ ਰਿਸਪੌਂਸਿੰਗ ਟੂ ਦ ਏਰੀਆ ਤਾਂ ਆਪਾਂ ਆਈ ਥਿੰਕ ਕਵਰ ਕੀਤਾ ਸੀਗਾ ਹੈ ਨਾ ਨਿੱਕੀ ਹਾਂਜੀ। ਸੋ ਮੋਨੀਟਰਿੰਗ ਐਂਡ ਸਟੇਰਲਾਈਜ਼ਿੰਗ ਪ੍ਰਾਈਸ ਯੈਸ ਉਹ ਵੀ ਬਹੁਤ ਇੰਪੋਰਟੈਂਟ ਹੈ। ਇੱਕ ਗੱਲ ਹੋਰ ਮੈਂ ਸੌਰੀ ਲੇਜ਼ਰ ਵਿੱਚ ਵੀ ਕਿ ਜਿਹੜੀ ਐਕਸਪਾਇਰ ਚੀਜ਼ਾਂ ਆ ਜੀ ਸੋ ਸਾਲੋਨਸ ਲਈ ਵੈਰੀ ਇੰਪੋਰਟੈਂਟ ਹੈ। ਕੋਈ ਵੀ ਚੀਜ਼ਾਂ ਐਕਸਪਾਇਰੀ ਡੇਟ ਰੈਗੂਲਰਲੀ ਚੈੱਕ ਹੋਣੀ ਚਾਹੀਦੀ ਹੈ। ਆਪਣੇ ਸਟਾਫ ਨੂੰ ਵੀ ਟ੍ਰੇਨ ਕਰੋ ਐਂਡ ਆਪ ਵੀ ਟ੍ਰੇਨ ਹੋਵੋ। ਸੋ ਕਿਹੜੀਆਂ ਚੀਜ਼ਾਂ ਕੋਈ ਵੀ ਜੈਲ ਆ ਕੋਈ ਵੀ ਸੈਨੀਟਾਈਜ਼ ਕੋਈ ਵੀ ਜੈਲਸ ਯੂਜ਼ ਹੁੰਦੀਆਂ ਬੇਸਿਕਲੀ ਲੇਜ਼ਰ ਲਈ ਕਾਫੀ ਚੀਜ਼ ਤੁਸੀਂ ਰੱਖ ਸਕਦੇ ਆ ਕਾਫੀ ਵੱਡੇ ਟੱਬ ਸਾਲ ਲਈ ਯੂ ਕੈਨ ਸਟੋਰ ਦੈਮ ਮੇਕ ਸ਼ੋਰ ਨਥਿੰਗ ਐਕਸਪਾਇਰਡ। ਹੁਣ ਤੁਸੀਂ ਵਾਪਸ ਜਾਣਾ ਆ ਕੋਈ ਵੀ ਤੁਹਾਡਾ ਕੋਈ ਲੈਸ਼ ਗਲੂ ਆ ਕੋਈ ਵੀ ਜਿਹੜੀਆਂ 3 ਤੋਂ 4 ਮਹੀਨੇ ਵਿੱਚ ਐਕਸਪਾਇਰ ਹੁੰਦੀਆਂ ਮੇਕ ਸ਼ੋਰ ਗੋ ਬੈਕ ਐਂਡ ਚੈੱਕ ਦ ਡੇਟਸ ਬਿਫੋਰ ਯੂ ਸਟਾਰਟ ਔਨ ਮੰਡੇ। ਓਕੇ ਸੋ ਹੁਣ ਚੱਲਾਂਗੇ ਆਪਾਂ ਥੋੜਾ ਜਿਹਾ ਕਲਾਇੰਟ ਸੇਫਟੀ ਵੱਲ। ਹਾਂਜੀ ਸੋ ਕੰਡੀਸ਼ਨ ਆਪਾਂ ਕਰ ਲਈ ਹੈਗੀ ਸਕਿਨ ਦੀ ਤੁਸੀਂ ਦੱਸ ਰਹੇ ਸੀ ਵੀ ਜਿਹੜੀ ਸਕਿਨ ਡੂ ਯੂ ਅਬਜ਼ਰਵ ਦ ਸਕਿਨ ਜਦੋਂ ਕਿਸੇ ਦਾ ਕੋਈ ਵੀ ਤੁਸੀਂ ਫੇਸ਼ੀਅਲ ਕਰਨਾ ਜਾਂ ਫਿਰ what do you see in the skin when you first the safety ਤਾਂ ਉਹੀ ਹੋਗੀ ਪਹਿਲਾਂ ਤਾਂ we do temperature checking then sanitize make sure fever ਹੈ ਨਹੀਂਗਾ then it comes to the skin ਜੀ so depend ਕਰਦਾ ਉਹਨੇ laser facials ਵੀ ਹੈਗੇ and the basic facials ਵੀ ਹੈਗੇ ਆ ਜੀ and for the laser facials you need to make sure there's no cuts and bruise there's no heavy acne which is being popped out freshly so there's lots of things but the basic facial you can examine the skin you can go for acne facial or ਕਈ ਕਹਿੰਦੇ ਕਿ ਮੈਂ ਟੈਨ ਨੂੰ ਹਟਾਉਣਾ ਆ ਕਈ ਕਹਿੰਦੇ ਕਿ ਮੈਂ ਗੋਰੇ ਕਹਿੰਦੇ ਕਿ ਮੈਂ ਟੈਨ ਨੂੰ ਬਣਾਉਣਾ ਸੋ ਇਸ ਹਟਾ ਰਿਹਾ ਤੇ ਕੋਈ ਬਣਾ ਰਿਹਾ ਕਾਫੀ ਕੋਈ ਸਕਿਨ ਵਾਈਟਨਿੰਗ ਫੇਸ਼ੀਅਲ ਹੋ ਗਿਆ ਇਸ ਕਾਫੀ ਇਹਨੂੰ ਰੇਸਿਸ ਸਮਝਦੇ ਅੱਜ ਕੱਲ੍ਹ ਜਦੋਂ ਕੋਈ ਗੋਰਾ ਲੱਗਣਾ ਚਾਹੁੰਦਾ ਆ ਤਾਂ ਆਪਾਂ ਉਹਨੂੰ ਰੇਸਿਸਟ ਕਹਿੰਦੇ ਆ ਕਿ ਜਦੋਂ ਕੋਈ ਡਾਰਕ ਲੱਗਣਾ ਚਾਹੁੰਦਾ ਆਪਾਂ ਉਹਨੂੰ ਰੇਸਿਸ ਨਹੀਂ ਕਹਿੰਦੇ ਮੇਰੇ ਲਈ ਜਿਹਨੂੰ ਕੋਈ ਕਿਸੇ ਕੋਲ ਕੁਝ ਵੀ ਹੈਗਾ ਆਪਾਂ ਉਹ ਤੋਂ ਕੁਝ ਡਿਫਰੈਂਟ ਹਟ ਕੇ ਮੰਗਦੇ ਆ ਜੀ ਹਰ ਕੋਈ ਡਿਫਰੈਂਟ ਲੱਗਣਾ ਚਾਹੁੰਦਾ ਆ ਜੇ ਕੋਈ ਜ਼ਿਆਦਾ ਚਿੱਟਾ ਹੈ ਉਹ ਚਾਹੁੰਦਾ ਮੈਂ ਥੋੜਾ ਜਿਹਾ ਬਰਾਊਨ ਬਣ ਜਾਵਾਂ ਵਿਚਾਰਾ ਜਿਹੜਾ ਨਹੀਂ ਉਹ ਥੋੜਾ ਚਿੱਟਾ ਮੰਗਦਾ ਕਈਆਂ ਦਾ ਡਿਫਰੈਂਟ ਹੀ ਆਪਸ਼ਨ ਹੈ ਵਿਚਾਰਿਆਂ ਦੇ ਯੂ نو ਦੇ ਹੈਵ ਐਕਨੀ ਉਹ ਜਸ ਕਾਫੀ ਛਾਈਆਂ ਪਈਆਂ ਹੁੰਦੀਆਂ ਉਹ ਡਿਫਰੈਂਟ ਪ੍ਰੋਬਲਮ ਦੇ ਨਾਲ ਹੀ ਆਉਂਦੇ ਆ so there is a treatment you know you need to make sure give the right treatment koi hon tadi koi acne wala person aaya you can't do skin whitening treatment on that person because already suffering with acne skin is broken so you need to heal the area then there is an option afterward you can explain them once your acne disappears you can go for skin whitening which will help with the spot jehde dark marks pe hunde a it will help to get rid of them but the main points hai we need to stop acne baki you know diets वगैरह हो गई you know they need to you know have a different appointments with their personal doctors or whatever so you know diet भी बहुत important है skin ਲਈ not just ਕਿ ਆਪਾਂ ਲਗਾਉਣਾ ਆ ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਪਿਛਲੇ ਸ਼ੋਅ ਦੇ ਵਿੱਚ ਕਿ ਇੱਕ ਲਗਾਉਣ ਨਾਲ ਹੀ ਕੁਝ ਪ੍ਰੋਬਲਮ ਨਹੀਂ ਸੋਲਵ ਹੁੰਦੀ ਕਿ ਆਪਾਂ ਅੰਦਰ ਪਾਉਂਦੇ ਆ ਆਪਣਾ ਖਾਂਦੇ ਆ ਉੱਤੇ ਬਹੁਤ ਇਨਸਾਈਡ ਐਂਡ ਆਊਟਸਾਈਡ ਬਹੁਤ ਜ਼ਰੂਰੀ ਹੈ ਕਾਫੀ ਇਫੈਕਟ ਕਰਦਾ ਨੈਕਸਟ ਆਪਾਂ ਚੱਲਾਂਗੇ ਕਲਾਇੰਟ ਜੁਐਲਰੀ ਸੋ ਜਿਹੜੇ ਇਸ ਟਾਈਮ ਤੇ ਸਪੈਸ਼ਲੀ ਵੀ ਜੁਐਲਰੀਜ਼ ਵਗੈਰਾ ਜਿਹੜੇ ਤੁਹਾਡੇ ਕੋਲ ਕਲਾਇੰਟਸ ਪਾ ਕੇ ਆਉਂਦੇ ਨੇ ਜਾਂ ਦੇ ਆਲਰੇਡੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਉਹਨਾਂ ਨੇ ਸੈਲੂਨ 'ਚ ਜਾਣਾ ਹੈਗਾ ਉਹ ਜੁਐਲਰੀ ਕਿਸ ਤਰੀਕੇ ਦੇ ਨਾਲ ਪਾਣ ਜਾਂ ਨਾ ਪਾਣ ਉਹਦੇ ਬਾਰੇ ਆਲਵੇਜ਼ ਮੈਂ ਕਹਿੰਦੀ ਹੁੰਦੀ ਆ ਮੇਕ ਸ਼ੋਰ ਡੂ ਨਾਟ ਵੇਅਰ ਜੁਐਲਰੀ ਨਾ ਹੀ ਲੈ ਕੇ ਆਓ ਨਾਲ ਇੱਕ ਇਹ ਨਹੀਂ ਹੈਗਾ ਕਿ ਜੁਐਲਰੀ ਉਹਦੇ ਨਾਲ ਤੁਸੀਂ ਜੁਐਲਰੀ ਲਾ ਕੇ ਇੱਕ ਓਕੇ ਟਬ ਹੈਗੇ ਸਾਡੇ ਕੋਲ ਵੇ ਯੂ ਪੁੱਟ ਯੂਰ ਜੁਐਲਰੀ ਦਾ ਜਿਹਦਾ ਯੂ ਕਲੈਕਟ ਇਟ ਫਰਮ ਦਾ ਬਟ ਯੂ ਕੈਨ ਸਟਿਲ ਕ੍ਰਾਸ ਇਨਫੈਕਸ਼ਨ ਹੋ ਗਿਆ ਨਾ ਫਿਰ ਉੱਤੇ ਟਬ ਤੁਸੀਂ ਰੱਖੀ ਜੁਐਲਰੀ ਉੱਤੇ ਕਿਸੇ ਨੇ ਯੂ ਨੋ ਇਟਸ ਲਾਈਕ ਯੂ ਕ੍ਰਾਸ ਇਨਫੈਕਸ਼ਨ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਵੀ ਆਰ ਡੂਇੰਗ ਇੱਕਦਮ ਦਿਮਾਗ 'ਚ ਨਿਕਲ ਜਾਂਦਾ ਹੈ ਤੁਸੀਂ ਟਾਇਲਟ ਤੁਸੀਂ ਕਸਟਮਰ ਤੁਸੀਂ ਅਪਾਇੰਟਮੈਂਟਸ ਤੇ ਆਇਆ ਤੁਸੀਂ ਯੂਜ਼ ਅ ਟਾਇਲਟ ਯੂ ਵੈਂਟ ਟੂ ਦ ਟਾਇਲਟ ਜੀ ਤੁਸੀਂ ਕਾਫੀ ਚੀਜ਼ਾਂ ਆਪਾਂ ਟੱਚ ਹੋ ਜਾਂਦੀਆਂ you know you can't you don't want to touch it if it does happen but ਜੇ ਜੁਐਲਰੀ ਪਾਣੀ ਆ ਤੇ you can take it off keep in your own purse and you know so basically I think ਨਿੱਕੀ ਇਹੋ ਹੈਗਾ ਕਿ ਟਰਾਈ ਕਰੋ ਕਿ ਜਿੰਨੀ ਤੁਸੀਂ ਘੱਟ ਜੁਐਲਰੀ ਪਾ ਸਕਦੇ ਹੋ ਜਾਂ ਵਿਦਆਊਟ ਜੁਐਲਰੀ ਜਾ ਸਕਦੇ ਹੋ that's a good idea that's the best way I would say jewelry other than ਠੀਕ ਹੈ ਵੈਡਿੰਗ on ਤਾਂ ਵਿਚਾਰੇ ਸਾਰੇ ਲੋਕੀ ਸਟੋਰ ਰੂਮਸ ਨੂੰ ਤਿਆਰ ਹੋ ਕੇ ਜਾਂਦੇ ਆ ਬਿਕਾਜ਼ ਉਹਨਾਂ ਨੇ nothing else nowhere else to go I've seen people proper wearing jewelry and they're going to supermarkets
because there's no weddings, you know, they have to wear jewelry somewhere. What can we do? What can we do? This is a coronavirus, ਸਾਨੂੰ ਸਾਰਿਆਂ ਨੂੰ attractive ਬਣਾਤਾ ਹੈਗਾ। ਜੇ jewelry ਪਾ ਲਓ, you know, ਘਰੇ ਵੀ ਕੀ ਕਹਿੰਦੇ selfie ਖਿੱਚ ਲਓ, nice ਆਪਣਾ ਸੂਟ ਪਾ ਲਓ, jewelry ਪਾ ਲਓ, then take one selfie, you know। So Nikki's ਦਾ ਆਈਡੀਆ ਵਧੀਆ ਕਿ try ਕਰੋ ਵੀ ਜਿਹੜੀ jewelry ਹੈ not to wear them ਜੇਕਰ ਤੁਸੀਂ ਸੈਲਨ 'ਚ ਜਾਣਾ, ਕਿਉਂਕਿ ਪਤਾ ਨਹੀਂ ਹੁੰਦਾ ਕਿ ਕਿਹਦੇ ਹੱਥ ਲੱਗਣੇ ਆ। ਕਈ ਵਾਰੀ ਅਸੀਂ ਟੋਇਲਟ ਵਗੈਰਾ ਜਾਂਦੇ ਆ, ਉਦੋਂ ਤੋਂ ਆਉਂਦੇ ਆ। ਇੱਕ ਗੱਲ ਹੋਰ, ਸੌਰੀ, ਗਲਾਸਿਸ ਦਾ ਚੇਤਾ ਆ ਗਿਆ ਮੈਨੂੰ। ਟਰਾਈ ਕਰੋ ਲੈਂਸਿਸ ਪਾਉਣ ਨੂੰ। ਗਲਾਸਿਸ ਵੀ ਕ੍ਰੋਸ ਇਨਫੈਕਸ਼ਨ ਕਰ ਸਕਦੀਆਂ, ਯੂ نو, ਅੱਖਾਂ ਤੋਂ, ਯੂ نو, ਯੂ ਕੈਨ ਕੈਚ। ਓਕੇ, ਸੋ ਲੈਂਸਿਸ ਕਾਫੀ ਮੈਂ ਦੇਖਿਆ ਕਲਾਇੰਟਸ ਗਲਾਸਿਸ ਲਾ ਕੇ ਰੱਖ ਦਿੰਦੇ ਆ ਇਹ ਇੱਥੇ ਉੱਥੇ, ਯੂ نو, ਸੋ ਯੂ ਹੈਵ ਟੂ ਬੀ ਜਦੋਂ ਤੁਸੀਂ ਸਪੈਸ਼ਲੀ ਸੈਲਨ ਜਾਣਾ ਤੇ ਆਪਣੇ ਗਲਾਸਿਸ ਦਾ ਧਿਆਨ ਰੱਖੋ, ਜਾਂ ਤੁਸੀਂ ਆਪਣੇ ਬੈਗ 'ਚ ਆਪਣੇ ਗੱਡੀ 'ਚ ਹੀ ਰੱਖ ਜਾਓ। ਯੂ ਕੈਨ ਆਪਣੇ ਹੈਡ ਤੇ ਪਾ ਲਓ, ਜਿਸ ਕਾਫੀ ਉਹਨਾਂ ਨੂੰ ਨੇ ਜਿੱਦਾਂ ਨਜ਼ਰ ਨਹੀਂ ਆਉਂਦਾ ਗਲਾਸਿਸ ਤੋਂ ਬਿਨਾਂ, ਦੇ ਕੈਨ ਵੇਅਰ ਲੈਂਸਿਸ। ਸੋ ਲੈਂਸਿਸ ਕਾਫੀ ਡਿਸਪੋਜ਼ੇਬਲ ਲੈਂਸਿਸ ਹੁਣ ਤਾਂ ਕਾਫੀ, ਯੂ نو, cheaper than the glasses। ਹਾਂਜੀ, ਸੋ ਇਹ ਵੀ ਇੱਕ ਅਨਦਰ ਫ੍ਰੀ ਟ੍ਰੇਨਿੰਗ ਹੈਗੀ ਆ। ਸਾਰੇ ਆਪਟੀਸ਼ੀਅਨ ਫ੍ਰੀ ਹੁਣ ਟ੍ਰੇਨਿੰਗ ਆਫਰ ਕਰ ਰਹੇ ਆ, ਸੋ ਯੂ نو, go for training and you know। ਸੋ ਹੋਰ ਇੱਕ ਆਈਡੀਆ ਤੁਹਾਨੂੰ ਦੱਸਦਾ ਹੈਗਾ ਨਿੱਕੀ ਨੇ। ਸੋ ਜਦੋਂ ਪ੍ਰੋਸੀਜਰ ਹੋ ਜਾਂਦਾ, ਕਿਸੇ ਨੇ ਵੀ ਕੋਈ ਪ੍ਰੋਸੀਜਰ ਲਿੱਤਾ ਹੈ ਤੁਹਾਡੇ ਕੋਲੋਂ ਨਿੱਕੀ, ਉਸ ਤੋਂ ਬਾਅਦ ਦੀ ਕੇਅਰ ਦਾ ਕੀ ਤੁਸੀਂ ਉਹਨੂੰ ਦੱਸਦੇ ਹੈਗੇ ਹੋ? ਆਈ ਨੋ ਇਟ ਵਿਲ ਬੀ ਡਿਫਰੈਂਟ ਫॉर ਈਚ, ਬਟ ਇੱਕ ਜਰਨਲ ਤੌਰ ਤੇ ਅਗਰ ਤੁਸੀਂ ਕਹੀਏ ਵੀ ਅਗਰ ਟ੍ਰੀਟਮੈਂਟ ਲਿੱਤੀ ਹੈ ਉਹਨਾਂ ਨੇ ਤੁਹਾਡੇ ਕੋਲੋਂ, ਤੇ ਟ੍ਰੀਟਮੈਂਟ ਕਿਹੜਾ ਜੇ ਆਪਾਂ ਤਾਂ ਹੁਣ ਸਨਸਕ੍ਰੀਨ ਵੈਰੀ ਇੰਪੋਰਟੈਂਟ ਆ ਜੀ। ਈਵਨ ਘਰ ਵਿੱਚ ਵੀ ਆਪਣੀ ਜਿਹੜੀ ਸਟਰੋਂਗ ਲਾਈਟਸ ਆ, ਵੀ ਨੀਡ ਟੂ ਪ੍ਰੋਟੈਕਟ ਆਰ ਸਕਿਨ ਫਰਮ ਦੈਟ। ਯੂ ਕੈਨ ਯੂਜ਼ SPF30 ਸਪੈਸ਼ਲੀ ਆਊਟਸਾਈਡ ਵੈਨ ਯੂ ਗੋ ਇਨ ਦ ਸਨ। ਘਰੇ ਤਾਂ ਤੁਸੀਂ SPF15 ਕੁਛ ਵੀ ਯੂਜ਼ ਕਰ ਰਹੇ ਆ, ਸੋ ਸਕਿਨ ਬਰਨਿੰਗ ਬਹੁਤ ਜ਼ਿਆਦਾ ਹੋ ਸਕਦੀ ਹੈ, ਸਪੈਸ਼ਲੀ ਆਫਟਰ ਲੇਜ਼ਰ ਟ੍ਰੀਟਮੈਂਟ, ਕੋਈ ਲੇਜ਼ਰ ਫੇਸ਼ੀਅਲ ਤੋਂ ਬਾਅਦ ਵਿੱਚ। ਸੋ ਇਟਸ ਮੋਰ ਇੰਪੋਰਟੈਂਟ ਟੂ ਲੁੱਕ ਆਫਟਰ ਯੋਰ ਸਕਿਨ ਦੈਨ ਬੇਸਿਕ ਫੇਸ਼ੀਅਲ। ਓਨਲੀ ਵੀ ਚਾਹੀਦਾ ਆ, ਬਟ ਲੇਜ਼ਰ ਜਿਹੜਾ ਫੇਸ਼ੀਅਲ ਆ ਕਾਫੀ ਥੋੜਾ ਸਕਿਨ ਸੈਂਸਿਟਿਵ ਹੋ ਰਹਿੰਦੀ ਹੈ, ਐਟਲੀਸਟ ਫॉर ਕਪਲ ਆਫ ਡੇਜ਼। ਓਕੇ, ਬਿਫੋਰ ਵੀ ਗੋ ਟੂ ਆਵਰ ਲਾਸਟ ਟੌਪਿਕ, ਇੱਕ ਟੌਪਿਕ ਜਿਹੜਾ ਉਹ ਲਾਈਕ ਟੂ ਕਵਰ ਦੈਟ। ਮੈਂ ਸੌਰੀ, ਇੱਕ ਗੱਲ ਮੈਨੂੰ ਬਹੁਤ ਇੰਪੋਰਟੈਂਟ ਹੋਣ ਕਰਕੇ ਵਾਇਰਸ ਚੱਲ ਰਿਹਾ, ਸੋ ਜਿਹੜੀ ਮੈਨੂੰ ਚੀਜ਼ ਯਾਦ ਆ ਰਹੀ ਆ ਮੈਂਸ਼ਨਿੰਗ, ਜਦੋਂ ਵੀ ਜਿਹੜੇ ਹੁਣ ਕਾਫੀ ਹੈਅਰ ਡਰੈਸਸ ਦੇ ਆਪਾਂ ਜਾਂਦੇ ਆ ਤੇ ਆਪਾਂ ਵਾਲ ਨਹੀਂ ਵਾਸ਼ ਕਰਵਾਉਣਾ ਚਾਹੁੰਦੇ, ਕਿਉਂਕਿ ਵਾਲ ਵਾਸ਼ ਕਰਨ ਨੂੰ ਕਾਫੀ ਪੈਸੇ ਲੱਗ ਜਾਂਦੇ ਆ। ਹਾਂਜੀ, ਵਾਸ਼ 20 ਪਾਉਂਡ ਉੱਪਰ ਐਡ ਕਰ ਦਿੰਦਾ ਵਾਲਾਂ ਦਾ ਕੋਈ ਵੀ ਟ੍ਰੀਟਮੈਂਟ ਆ। ਤੁਸੀਂ ਜੇ ਅਵੋਇਡ ਕਰਨਾ ਖਰਚਾ, ਪਲੀਜ਼ ਵਾਸ਼ ਕਰਕੇ ਘਰੋਂ ਫਰੈਸ਼ਲੀ ਵਾਸ਼ਡ ਕਰਕੇ ਵਾਲਾਂ ਨੂੰ ਜਾਵੋ, ਆਪਣੇ ਡਰਟੀ ਵਾਲ ਨਾ ਲੈ ਕੇ ਜਾਵੋ। ਸੋ ਇਸ ਯੂ ਵਿਲ ਸੇਵ ਮਨੀ ਐਂਡ ਯੂ ਐਟਲੀਸਟ, ਯੂ نو, ਪਰਸਨ। ਜੀ ਜੀ, ਐਂਡ ਇਟਸ ਵਧੀਆ ਵੀ ਹੈਗਾ, ਤੁਹਾਡੇ ਹੇਅਰ ਕਟਿੰਗ ਵੀ ਵਧੀਆ ਆਏਗੀ ਨਾਲੇ ਤੁਸੀਂ, ਐਂਡ ਇਟਸ ਕੁਇਕ ਪੋਇੰਟ, ਤੁਸੀਂ ਕੁਇਕ ਵੀ ਆ ਜਾ ਸਕਦੇ। ਸੋ ਜਾਓਗੇ, ਤੁਹਾਨੂੰ ਇੱਕ ਤਾਂ ਸਾਲੋਂ ਬਹੁਤ ਬਿਜ਼ੀ ਹੋਣੇ ਆ ਹੁਣ, ਠੀਕ ਹੈ ਨਾ, ਸੋ ਤੁਹਾਨੂੰ ਐਟਲੀਸਟ ਐਨ ਆਵਰ ਅਪਾਇੰਟਮੈਂਟ ਤਾਂ ਚਾਹੀਦੀ ਹੋਗੀ। ਯਾ ਡੈਫੀਨਿਟਲੀ, ਅਗਰ ਹੇਅਰ ਐਂਡ ਪਲੱਸ ਕੋਸਟ ਵਾਈਜ਼ ਇਟ ਕੋਸਟ ਗੁੱਡ 45 ਪਾਉਂਡਸ ਤੱਕ ਪਹੁੰਚ ਜਾਂਦੀ ਗੱਲ ਜੇ ਤੁਸੀਂ ਵਾਲ ਵਾਸ਼ ਕਰਾਉਣੇ। ਪਰ ਤੁਹਾਡੇ ਵੀ ਨੋਟ, ਜੇ ਤੁਹਾਡੇ ਵਾਲ ਫਰੈਸ਼ਲੀ ਵਾਸ਼ ਨਹੀਂ ਹੈ, ਵੀ in my salon we forcefully wash your hair। so Nikki ਕੋਲ ਤੇ ਜਾਣਾ ਨਾ without hair wash, she will make sure। normally lots of people they book in wash cut and blow dry, ਜਿਹੜੇ ਹੁਣ avoid ਕਰਦੇ ਆ cost ਤੋਂ, make sure they freshly wash ਕਰਕੇ ਹੀ ਵਾਲ ਆਉਣ। ਸੋ that's a good idea। ਇਸ ਵਾਲੇ ਦੇ ਨਾਲ ਪੈਸੇ ਵੀ ਸੇਵ ਹੋਣਗੇ, ਟਾਈਮ ਵੀ ਸੇਵ ਹੋਏਗਾ, ਤੇ ਇਟ ਵਿਲ ਬੀ ਬੈਟਰ ਫॉर ਯੂ। ਪਿਆਰ ਵੀ ਮਿਲੂਗਾ ਕਿ ਇਸ ਨਾਲ ਵਧੀਆ ਆਉਂਦੀ ਹੈ। ਵੈਸੇ ਤਾਂ ਮਾਸਕ ਲੱਗਾ ਹੋਣਾ, ਬਟ ਸਟਿਲ ਯੂ نو, ਜਿਹੜੇ ਪ੍ਰੋਫੈਸ਼ਨਲ ਬਹੁਤ ਖੁਸ਼ੀ ਹੁੰਦੀ ਜਦੋਂ ਕਸਟਮਰ ਕਲੀਨ ਆਉਂਦੇ ਆ, ਯੂ نو। ਆਪਾਂ ਕੁਕਿੰਗ ਵੀ ਕਰਦੇ ਆ, ਯੂ نو, ਆਪਾਂ ਸਾਰੇ ਲਾਈਫਸਟਾਈਲ ਸਾਰਿਆਂ ਦਾ ਬਹੁਤ ਬਿਜ਼ੀ ਆ। I cook myself, I use onions, I use garlic, ਸਾਰਾ ਕੁਝ ਆਪਾਂ ਕਰਦੇ ਆ। ਇਟਸ ਵੈਰੀ ਇੰਪੋਰਟੈਂਟ, ਯੂ نو, ਥੋੜਾ ਜਿਹਾ ਸਪਰੇ ਛਿਣਕ ਲਓ, ਇਟ ਡਸਨਟ ਕੋਸਟ that much, so it makes me very happy, you know। so tips I think it's very useful, ਕਿਉਂਕਿ ਇਹਦੇ ਨਾਲ ਤੁਹਾਡੇ 25 ਪਾਉਂਡ ਜਿਹੜੇ 45 ਦਾ ਬਿੱਲ ਬਣਨਾ, ਉਹ ਤੁਹਾਡਾ, ਯੂ نو, ਜਸਟ 25 ਜਾਂ 28 ਵਿੱਚ ਹੋ ਜਾਂਦੇ, ਪ੍ਰਾਈਸ ਕਹਿ ਲਓ, ਹੋ ਜਾਏਗਾ। you can use that money on PPE। ਜੀ ਹਾਂਜੀ, ਕਿਉਂ ਨਹੀਂ। ਸੋ ਨੈਕਸਟ ਚੱਲਾਂਗੇ ਵਰਕਿੰਗ ਐਂਡ ਸਾਡਾ ਨੈਕਸਟ ਹੈਗਾ ਏਰੀਆ ਕਵਰ ਕਰਨ ਵਾਲਾ, ਵਰਕਰ ਹੈਲਥ ਸੇਫਟੀ ਐਂਡ ਸੇਫਟੀ ਰਿਕੁਆਇਰਮੈਂਟਸ। ਸੋ ਹਰੇਕ ਜਿਹੜੀ ਜਗ੍ਹਾ ਤੇ ਕੰਮ ਕਰਦੇ ਹੈਗੇ ਆ, ਉਹਨਾਂ ਦੀ ਸੇਫਟੀ ਰਿਕੁਆਇਰਮੈਂਟ ਹੁੰਦੀ ਹੈ, ਤੇ ਉਹ ਤੁਸੀਂ ਮੈਨੂੰ ਉਹਦੇ ਬਾਰੇ ਥੋੜਾ ਜਿਹਾ ਦੱਸੋ, ਤਾਂ ਕਿ ਜਿਹੜੇ ਸਾਡੇ ਵਿਊਅਰਸ ਨੇ, ਦੇਖ ਰਹੇ ਨੇ, ਜਦੋਂ ਕਿਸੇ ਸੈਲਨ 'ਚ ਜਾਂਦੇ ਨੇ, ਉਹਨਾਂ ਨੂੰ ਕੀ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਕਿ ਉਹਨਾਂ ਦੀ ਸੈਲਨ ਦੀ ਸੇਫਟੀ ਰਿਕੁਆਇਰਮੈਂਟ ਹੈਗੀ ਆ ਕਿ ਨਹੀਂ ਹੈਗੀ। ਡੂ ਦੇ ਯੂਜ਼ ਦੈਟ ਸੈਲਨ ਔਰ ਨਾਟ, ਬਿਕੋਜ਼ ਕਈ ਵਾਰੀ ਹੁੰਦਾ ਕਿ ਸਾਨੂੰ ਕੋਈ ਹੋਰ ਕਹਿੰਦਾ ਵੀ ਉਹ ਸੈਲਨ ਤੁਸੀਂ ਚਲੇ ਜਾਓ, ਥੋੜਾ ਸਸਤਾ ਹੈਗਾ, ਐਂਡ ਜਿਹੜਾ ਪ੍ਰੋਪਰ ਕਈ ਵਾਰੀ ਸੈਲਨ ਹੁੰਦਾ ਐਕਸਪੈਂਸਿਵ ਹੁੰਦਾ, ਉਹਦੇ
ਬਾਰੇ ਥੋੜਾ ਜਿਹਾ ਸਾਨੂੰ ਦੱਸੋ। ਕਈ ਸਾਲੋਂ ਸਾਨੂੰ ਬਾਰੇ ਕਾਫੀ ਜ਼ਿਆਦਾ ਐਕਸਪੈਂਸਿਵ ਆ, ਉਹ ਕੋਈ ਐਕਸਪੈਂਸਿਵ ਹੋਣ ਦਾ ਰੀਜ਼ਨ ਨਹੀਂ ਹੈਗਾ, ਤੇ ਰੀਜ਼ਨੇਬਲ ਪ੍ਰਾਈਸਿਸ ਹੈਗੇ ਆ, ਦੇ ਆਰ ਗੁੱਡ ਇਜ਼ ਵੈਲ। ਸੋ ਕਾਫੀ ਯੂ ਨੋ as I said, make sure they use disposable mask provide ਕਰਦੇ ਤੁਹਾਨੂੰ, disposable gowns use ਕਰਦੇ ਆ, clean chair every time, and ਇੱਕ ਗੱਲ ਹੋ ਰਿਹਾ, staff has to look clean as well। ਤੁਹਾਨੂੰ staff ਵੱਲ ਦੇਖ ਕੇ make sure their hair is nicely tied up, they wearing mask। ਇੱਕ ਜਿਹੜਾ ਡਾਇਰੈਕਟਰ ਆ ਜਾਂ ਮੈਨੇਜਰ ਆ ਤੁਹਾਡੇ, ਕੋਈ ਵੀ ਸਾਲੋਨ ਵਾਲੇ ਵੀ ਹੁਣ ਮੈਨੂੰ ਦੇਖ ਰਹੇ, ਆਪਣੇ ਤੁਸੀਂ ਕੋਲੀਗਸ ਨੂੰ ਐਟਲੀਸਟ 2 ਜਾਂ 3 ਸੈੱਟ ਆਫ ਯੂਨੀਫਾਰਮ ਪ੍ਰੋਵਾਈਡ ਕਰੋ ਕਿ ਉਹ ਵਾਸ਼ ਕਰਕੇ ਫਰੈਸ਼ਲੀ ਵਾਸ਼ ਪਾ ਸਕਣ, ਜਾਂ ਜਿਹੜੇ ਏਪਰਨ ਆ ਪ੍ਰੋਵਾਈਡ ਦਮ ਲੋਡਸ ਸੋ ਦੇ ਕੈਨ ਚੇਂਜ। ਸੋ ਕਸਟਮਰ ਨੂੰ ਦੇਖਣ ਨੂੰ ਪਤਾ ਲੱਗ ਜਾਂਦਾ ਕਿ ਸਟਾਫ ਜਿੱਦਾਂ ਸਾਨੂੰ ਪਤਾ ਲੱਗ ਜਾਂਦਾ ਕਸਟਮਰ ਜਦੋਂ ਅਸੀਂ ਪਹਿਲੀ ਵਾਰੀ ਕਿਸੇ ਨੂੰ ਦੇਖਦੇ ਹਾਂ, ਉਹਦੀ ਅਪੀਅਰੈਂਸ ਜਾਂ ਉਹਦੇ ਤਰੀਕੇ ਦੇ ਨਾਲ ਫਰਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ ਇਜ਼ ਵੈਰੀ ਇੰਪੋਰਟੈਂਟ। ਜਿਹੜਾ ਤੁਹਾਨੂੰ ਸਰਵ ਕਰ ਰਿਹਾ ਦੈਟ ਪਰਸਨ ਪ੍ਰੈਜ਼ੈਂਟੇਬਲ ਇਜ਼ ਵੈਲ, ਐਂਡ ਯੂ ਵਿਲ ਨੋ। ਓਕੇ, ਹੋਰ ਕੋਈ ਰਿਕੁਆਇਰਮੈਂਟ ਜਿੱਦਾਂ ਕਹਿ ਲਓ ਵੀ ਸਪੈਸ਼ਲੀ ਜਿਹੜੇ ਹੁੰਦੇ ਆ ਸਟੇਰਿਲਾਈਜੇਸ਼ਨ ਰਿਕਾਰਡਸ ਵਗੈਰਾ ਉਹਨਾਂ ਦੇ ਕੋਲ ਹੋਣੇ ਚਾਹੀਦੇ, ਜਿਹੜੇ ਰੈਕੋਰਡਸ ਯੈਸ ਬੇਸਿਕਲੀ ਉੱਥੇ ਸ਼ੀਟਸ ਹੁੰਦੀਆਂ ਆ ਪਿੱਛੇ ਸਟਾਫ ਰੂਮ 'ਚ ਲੱਗੀਆਂ ਹੁੰਦੀਆਂ, ਪਰਸਨ ਹੂ ਡਜ਼ ਵਾਟ ਦੇ ਆਲਵੇਜ਼ ਟੇਕ ਕਿ ਆਹ ਚੀਜ਼ ਹੋ ਗਈ ਜਾਂ ਆਹ ਚੀਜ਼ ਹੋ, ਬਿਕਾਜ਼ ਇੰਨੀ ਕਿ ਸਫਾਈ ਹੋਣੀ ਇੰਪੋਰਟੈਂਟ ਹੋ ਗਈ ਆ ਕਿ ਚੀਜ਼ਾਂ ਹੀ ਸਾਡੇ ਜਿਹੜੇ ਚੈਜ਼ ਉਹ ਵੀ ਫੇਡ ਹੋ ਗਈਆਂ ਸਾਫ ਕਰਕੇ ਯੂ ਨੋ। ਸੋ ਯੂ ਵਿਲ ਨੋ ਚੀਜ਼ ਕਲੀਨ ਹੋਣੀ ਚਾਹੀਦੀ, ਨਾ ਕਿ ਨਵੀਂ ਹੋਣੀ ਚਾਹੀਦੀ ਆ। they don't, I don't want them to expect it ਸਾਰਾ ਕੁਛ brand new ਕਿ ਕਲੀਨ ਫਿਲਮ ਦੇ ਵਿੱਚ ਹੀ ਹੋਣਾ ਚਾਹੀਦਾ। ਸੋ ਜਿਹੜੀਆਂ ਚੀਜ਼ਾਂ ਸਾਫ਼ ਹੋਣੀਆਂ ਚਾਹੀਦੀਆਂ, ਨਾ ਕਿ ਬ੍ਰਾਂਡ ਨਿਊ ਹੋਣੀਆਂ ਚਾਹੀਦੀਆਂ। ਸੋ ਮੇਨਲੀ ਗੱਲ ਆ ਜਾਂਦੀ ਹੈ ਕਿ ਜਿਹੜੀ ਲੁੱਕ ਆਫਟਰ ਹੈਗੀ ਆ ਉਹ ਉਹਨਾਂ ਦੀ ਵਧੀਆ ਤਰੀਕੇ ਜੋ ਗਵਰਨਮੈਂਟ ਗਾਈਡਲਾਈਨਸ ਆ ਉਸ ਤਰੀਕੇ ਦੇ ਨਾਲ, ਜਾਂ ਜਿਹੜੇ ਉਹਨਾਂ ਨੇ ਤੁਹਾਨੂੰ ਦੱਸਿਆ ਹੋਇਆ ਵੀ ਕਿਸੇ ਵੀ ਤੁਸੀਂ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਕੀ ਪ੍ਰੀਕਾਸ਼ਨ ਤੁਹਾਡੇ ਕੋਲ ਹੋਣੇ ਚਾਹੀਦੇ ਆ ਜਦੋਂ ਤੁਸੀਂ ਸਟੇਰਿਲਾਈਜ਼ ਕਰਨਾ ਜਾਂ ਇਨਫੈਕਸ਼ਨ ਕੰਟਰੋਲ ਦੀ ਕੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਆ ਉਹ ਪੂਰੀ ਤਰ੍ਹਾਂ ਨਿਭਾਉਣੀ ਆ, ਉਹ ਕੰਟਰੋਲ 'ਚ ਹੋਣੀ ਚਾਹੀਦੀ ਹੈਗੀ। ਐਂਡ ਐਕਸਟਰਾ ਐਜ਼ ਆਈ ਸੈਡ ਐਕਸਟਰਾ ਪ੍ਰੋਵਾਈਡ ਕਰੋ ਯੂਨੀਫਾਰਮ ਜਾਂ ਏਪਰਨ ਐਕਸਟਰਾ ਪ੍ਰੋਵਾਈਡ ਕਰੋ ਆਪਣੇ colleagues know so they can wash and you know sometime ਇੰਨਾ ਕੁ ਹੁਣ ਬਿਜ਼ੀ ਹੋ ਜਾਣਾ ਮੰਡੇ ਤੋਂ, you don't want them to wear same clothes for next day, you know, so make sure they wear fresh, so they got a couple of clothes in case any. I have to be honest, I'm really naughty boss so I have some washed when I work as well, so menu you know I'll check and test every once, so I'll send them to you ਸਾਰੇ ਜਿਹੜੇ ਸਾਡੇ viewers ਨੇ ਨਾ ਅਗਰ ਜੌਬਸ ਲਈ ਤੁਹਾਡੇ ਕੋਲ ਆਣਗੇ ਨਿੱਕੀ ਆਈ ਡਰਾ ਤੇ ਪਹਿਲੇ ਕੋਈ ਨਹੀਂ ਆ ਰਿਹਾ। ਸੋ ਲਾਸਟ ਜਿਹੜਾ ਹੈਗਾ ਕਵਰ ਕਰਨਾ ਚਾਹੇ ਕਲਾਇੰਟਸ ਰਿਕਾਰਡ, ਅਗਰ ਉਹਨਾਂ ਨੂੰ ਕੋਈ ਇਨਸੀਡੈਂਟ ਹੋ ਜਾਂਦਾ ਹੈ ਨਾ ਸੈਲਨ ਦੇ ਵਿੱਚ, ਐਂਡ ਉਹ ਜ਼ਿੰਮੇਵਾਰੀ ਕਿਸ ਤਰੀਕੇ ਦੇ ਨਾਲ ਤੁਸੀਂ ਪੂਰੀ ਕਰਦੇ ਹੋ? ਉਹ ਤਾਂ ਇੰਪੋਰਟੈਂਟ ਹੈ, ਯੂ ਹੈਜ਼ ਟੂ ਲੌਗ ਇਨ ਦ ਇਨਸੀਡੈਂਟ, ਐਂਡ ਸਾਲੋਨਸ ਲਈ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੀ ਪਬਲਿਕ ਲਾਇਬਿਲਿਟੀ ਇੰਸ਼ੋਰੈਂਸ ਹੋਣੀ ਚਾਹੀਦੀ ਆ। that's very important। ਕਾਫੀ salons ਹੈਗੇ they don't have public liability, and of course ਕੋਈ ਵੀ incident ਹੁੰਦਾ ਤੁਹਾਡੇ colleague ਨਾਲ and customers ਦੇ ਨਾਲ make sure it's being recorded। ਓਕੇ, ਲਾਸਟ ਆਫ ਆਲ ਅਸੀਂ ਥੋੜਾ ਜਿਹਾ ਜਾਣਨਾ ਚਾਹਾਂਗੇ ਕਿ ਸਾਡੀ ਕਈ ਭੈਣਾਂ ਜਾਂ ਭਰਾ ਜਿਹੜੇ ਘਰੋਂ ਦੀ ਕੰਮ ਕਰ ਰਹੇ ਨੇ ਸੈਲੂਨ ਦਾ, ਉਹ ਕੀ ਪ੍ਰੀਕਾਸ਼ਨ ਕਰਨ ਤੁਹਾਡੇ ਲਈ? ਉਹਨਾਂ ਨੂੰ ਰੂਲਸ ਫੋਲੋ ਕਰ ਸਕਦੇ, ਆਪਣੇ ਲੋਕਲ ਕਾਉਂਸਲ ਦੀ ਵੈਬਸਾਈਟ ਤੇ ਜਾ ਕੇ they can you know download ਕਿਹੜੀ ਰਿਕੁਆਇਰਮੈਂਟ ਹੈਗੀਆਂ। ਕਾਫੀ ਕਾਰਪੇਟਸ ਦੇ ਉੱਤੇ ਹੀ ਉਹੀ ਆਪਣਾ ਬਿਊਟੀ ਸੈਲੂਨਸ ਖੋਲ੍ਹੇ ਹੋ ਆ, ਸੋ ਵੀ ਸ਼ੁੱਡ ਹੈਵ ਵਿਡਨ ਫਲੋਰ, ਉਹ ਜਿਹੜੀ ਹਾਰਡ ਲਾਈਨ ਹੁੰਦੀ ਆ। ਕਾਫੀ ਹੋਰ ਵੀ ਚੀਜ਼ਾਂ ਹੈਗੀਆਂ, ਸੈਨੀਟਾਈਜ਼ ਹੋ ਗਏ। ਆਪਣੇ ਕਸਟਮਰਸ ਨੂੰ ਤੇ ਘਰ ਦੇ এনवायरमेंट ਨੂੰ ਵੱਖ ਰੱਖੋ, ਇੱਕ ਥਾਂ ਨਾ ਜੋੜੋ। ਸੋ ਅਲੱਗ ਅਗਰ ਤੁਸੀਂ ਘਰੋਂ ਦੀ ਬੇਸਿਕਲੀ ਸੈਲੂਨ ਖੋਲ੍ਹਿਆ ਹੋਇਆ, ਯੂ ਕੈਨ ਡੂ ਪ੍ਰੋਫੈਸ਼ਨਲੀ ਫਰਮ ਹੋਮ, ਬੀ ਪ੍ਰੋਫੈਸ਼ਨਲ। ਸੋ ਕੋਈ ਗਲਤ ਕੰਮ ਨਹੀਂ ਹੈਗਾ ਅਗਰ ਤੁਸੀਂ ਘਰੋਂ ਕਰ ਰਹੇ ਹੋ। ਮੇਕ ਸ਼ੋਰ ਕਿ ਜਿਹੜੇ ਰੂਮ 'ਚ ਤੁਸੀਂ ਕਰ ਰਹੇ ਹੋ ਜਾਂ ਜਿੱਥੋਂ ਕਰ ਰਹੇ ਹੋ ਉਹ ਏਰੀਆ ਜਿਹੜਾ ਹੈਗਾ ਗਵਰਨਮੈਂਟ ਗਾਈਡਲਾਈਨਸ ਨੂੰ ਫੋਲੋ ਕਰਦਾ ਹੋਏ। ਤੇ ਨਿੱਕੀ ਨੇ ਜਿੱਦਾਂ ਦੱਸਿਆ ਕਿ ਰੂਲਸ ਸਾਰੇ ਮੈਂਸ਼ਨ ਕੀਤੇ ਗਏ ਸੀ ਲੋਕਲ ਕਾਉਂਸਲ ਦੇ ਵੈਬਸਾਈਟ ਤੇ। COVID-19 ਦੇ ਰੂਲ ਤੁਸੀਂ ਡਾਊਨਲੋਡ ਕਰ ਸਕਦੇ ਆ। ਅੱਜ ਵੀ ਨਾ ਟੋਕਿੰਗ ਅਬਾਊਟ ਗ੍ਰਾਂਟ ਟੁਡੇ, ਬਟ ਦ ਗ੍ਰਾਂਟਸ ਵੀ ਹੁਣ ਜਿਹੜੀ ਦੇ ਕੈਨ ਅਪਲਾਈ ਟੂ ਸਟਾਰਟ ਦ ਬਿਜ਼ਨਸ, ਨਿਊ ਗ੍ਰਾਂਟਸ ਹੁਣ ਮਿਲਣੀਆਂ ਆ। ਸੋ ਜਿਹੜੇ ਘਰੋਂ ਦੀ ਵੀ ਬਿਜ਼ਨਸ ਕਰ ਰਹੇ ਨੇ, ਸੋ ਗਵਰਨਮੈਂਟ ਗ੍ਰਾਂਟ ਇਜ਼ ਦੇਅਰ। ਅਗਰ ਉਹਨਾਂ ਨੂੰ ਕਿਸੇ ਚੀਜ਼ ਦੀ ਹੈਲਪ ਚਾਹੀਦੀ ਹੈ, ਦੇ ਕਾਂਟ ਅਫੋਰਡ, ਸੋ ਉਹ ਵੀ ਪੂਰੀ ਕੀਤੀ ਜਾ ਸਕਦੀ ਹੈ। ਸੋ ਇੱਥੇ ਹੀ ਸਾਡਾ ਅੱਜ ਦਾ ਹੈਲਥ ਟੋਕ ਸ਼ੋ ਸਮਾਪਤ ਹੋ ਰਿਹਾ ਹੈ। ਥੈਂਕ ਯੂ ਸੋ ਮਚ ਨਿੱਕੀ ਫॉर ਕਮਿੰਗ। ਥੈਂਕ ਯੂ ਸਾਰਿਆਂ ਨੂੰ, ਤੁਹਾਨੂੰ ਮੈਨੂੰ ਦੁਬਾਰਾ ਇੱਥੇ ਇੰਨਾ ਕੁ ਸਮਝਿਆ ਕਿ ਮੈਨੂੰ ਦੁਬਾਰਾ ਇੱਥੇ ਤੁਸੀਂ ਐਡਵਾਈਸ ਲੈਣ ਲਈ ਸੱਦਿਆ। ਸੋ ਥੈਂਕ ਯੂ ਸੋ ਮਚ। सो मैं अकेला ही चला था सफर पर, लोग मिलते गए और एक काफिला बनता गया। जय गुरुदेव।